ਬਾਣੀ स्वामी जी महाराज शब्द 15वां। मन रे क्यों गुमान अब करना, मन रे क्यों गुमान अब करना। ਇਹ ਬਾਣੀ ਸਵਾਮੀ ਜੀ ਮਹਾਰਾਜ ਦੀ ਹੈ। ਜਦ ਜਦ ਵੀ ਸੰਤ ਮਹਾਂਪੁਰਖ ਦੁਨੀਆ 'ਚ ਆਉਂਦੇ ਹੈ, ਉਹ ਜਿਹੜੀਆਂ ਸਾਨੂੰ ਖਾਸ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ, ਜਿਨ੍ਹਾਂ ਬਿਮਾਰੀਆਂ ਦੇ ਨਾਲ ਅਸੀਂ ਨਸ਼ਟ ਹੁੰਦੇ ਹਾਂ, ਉਹ ਬਿਮਾਰੀਆਂ ਦਾ ਸਾਨੂੰ ਨਹੀਂ ਪਤਾ। ਉਹ ਸੰਤਾਂ ਨੂੰ ਪਤਾ ਹੈ ਕਿ ਕਿਹੜੀ ਕਿਹੜੀ ਬਿਮਾਰੀ ਲੱਗੀ ਹੈ। ਇਹ ਸਾਡੇ ਅੰਦਰ ਸਾਰੀਆਂ ਬਿਮਾਰੀਆਂ ਨੇ। ਹੰਕਾਰ, ਮਾਣ, ਲੋਕ ਲਾਜ, ਇਹ ਸਭ ਬਿਮਾਰੀਆਂ ਨੇ ਸਾਨੂੰ ਪਰਮਾਰਥ ਤੋਂ ਪਿੱਛੇ ਢਾਉਂਦੀਆਂ। ਹੰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਹੈ ਮਨ, ਕਿਸ ਚੀਜ਼ ਦਾ ਤੂੰ ਹੰਕਾਰ ਕਰਦਾ ਹੈ, ਕਿਹੜੀ ਚੀਜ਼ ਤੇਰੇ ਸਾਥ ਜਾਣ ਵਾਲੀ ਹੈ ਜਿਹਦਾ ਤੂੰ ਹੰਕਾਰ ਕਰਦਾ ਹੈ। ਜਿਨ੍ਹਾਂ ਨੇ ਹੰਕਾਰ ਕੀਤਾ ਹੈ, ਕਿਸੇ ਵੀ ਚੀਜ਼ ਦਾ ਕੀਤਾ ਹੈ, ਉਹ ਤਬਾਹ ਹੋ ਗਏ। ਕਈ ਵਾਰ ਅੱਗੇ ਵੀ ਦੱਸਿਆ ਕਿ ਜਦੋਂ ਪਾਂਡਵਾਂ ਦਾ ਫੈਸਲਾ ਕਰਾਉਣ ਵਾਸਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਗਏ, ਦੁਰਯੋਧਨ ਦੇ ਪਾਸ ਗਏ ਕਿ ਇਹਨਾਂ ਨੂੰ 5 ਪਿੰਡ ਦੇ ਦੇ, ਇਹ 5 ਭਰਾ ਗੁਜ਼ਾਰਾ ਕਰ ਲੈਣਗੇ। ਬਹੁਤ ਸਾਰੇ ਲੋਕੀ ਪਿਛਲੇ ਜ਼ਮਾਨੇ ਦੇ ਜਿਹੜੇ ਯੁੱਗ ਸੀ, ਉਹਨਾਂ ਦੀ ਬਹੁਤ ਤਾਰੀਫ ਕਰਦੇ। ਇੱਕ ਜਗ੍ਹਾ ਅਸੀਂ ਗਏ, ਉਹ ਬੰਦਾ ਜਿਉਂ ਗੱਲਾਂ ਛਿੜਿਆ, ਕਹਿੰਦਾ ਜੀ ਕਲਯੁੱਗ ਬੜਾ ਮਾੜਾ, ਕਲਯੁੱਗ ਬੜਾ ਮਾੜਾ, ਕਲਯੁੱਗ ਆਇਆ ਜੀ। ਆਖਰ ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਤੂੰ ਬੰਦ ਵੀ ਹੋ, ਤੂੰ ਇਹ ਦੱਸ ਵੀ ਤੇਰੇ ਨਾਲ ਕੀ ਕੀਤਾ ਕਲਯੁੱਗ ਨੇ। ਤੂੰ ਪਹਿਲਾਂ ਕਿਹੜੇ ਦੇਸ਼ ਦਾ ਨਵਾਬ ਸੀ, ਰਾਜਾ ਸੀ, ਜਿਹੜਾ ਅੱਜ ਤੇਰਾ ਰਾਜ ਖੋਲ੍ਹਿਆ ਕਾਲ ਨੇ। ਦੱਸ ਤੇ ਸਹੀ, ਤੂੰ ਦੱਸ ਤੇਰੇ ਨਾਲ ਮਾੜਾ ਹੋਇਆ ਕੀ ਹੈ। ਕਲਯੁੱਗ ਨੇ ਤੇ ਭਾਈ ਹਰ ਇੱਕ ਜੀਵ ਦਾ ਕਦਰ ਕੀਤਾ ਹੈ। ਇਸ ਯੁੱਗ ਦੇ ਵਿੱਚ ਹਰ ਜੀਵ ਦਾ ਕਦਰ ਹੈ। ਮੈਂ ਕਿਹਾ ਤੂੰ ਇਹ ਦੱਸ, ਤੂੰ ਸਤਿਯੁੱਗ ਦਾ ਇਤਿਹਾਸ ਦੱਸ ਮੈਨੂੰ, ਤ੍ਰੇਤਾ ਦਾ ਦੱਸ, ਦੁਆਪਰ ਦਾ ਦੱਸ। ਕਦੀ ਕੋਈ ਔਰਤ ਟੀਚਰ ਵੀ ਹੈ ਸੀ, ਜਾਂ ਕੋਈ ਡੀਸੀ ਸੀ, ਜਾਂ ਕੋਈ ਹੋਰ ਕਿਸੇ ਮਹਿਕਮੇ 'ਚ, ਜਾਂ ਤੁਸੀਂ ਬੰਦੇ ਸੋ। ਰਾਜ ਤੋਂ ਰਾਜ ਚੱਲਦਾ ਆਇਆ। ਪਿਓ ਮਰ ਗਿਆ, ਪੁੱਤ ਆ ਗਿਆ, ਪੁੱਤ ਮਰਿਆ, ਉਹਦਾ ਪੁੱਤ ਆ ਗਿਆ। ਔਰ ਜਿਨ੍ਹਾਂ ਨੇ ਆਪਣੇ ਸਕਿਆਂ ਨਿੱਕਿਆਂ ਦਾ ਕਦਰ ਨਹੀਂ ਕੀਤਾ, ਹਿੱਸੇ ਨਹੀਂ ਦਿੱਤੇ ਔਰ ਜੰਗ ਕੀਤੇ, ਦੂਸਰੇ ਲੋਕਾਂ ਦਾ ਕੀ ਹਾਲ ਸੀ। ਅੱਜ ਇਤਿਹਾਸਾਂ ਨੂੰ ਪਤਾ ਲੱਗਦਾ ਹੈ। ਅਸੀਂ ਕਹਿੰਦੇ ਹਾਂ ਜੀ ਪੁਰਾਤਨ ਯੁੱਗ ਜਿਹੜੇ ਬੜੇ ਚੰਗੇ ਸੀ। ਕੀ ਯੁੱਗ ਦੇ ਵਿੱਚ ਕੀ ਹੋਇਆ ਦੱਸੋ, ਕਿਹੜਾ ਨੇਕ ਕੰਮ ਹੋਇਆ ਸਿਵਾਏ ਲੜਾਈ ਝਗੜੇ ਦੇ? ਹੋਰ ਕਿਹੜਾ ਕੰਮ ਹੋਇਆ? ਕੋਈ ਬੰਦਗੀ ਹੋਈ ਹੈ? ਇੱਕ ਉੱਠਿਆ ਤੇ ਇੱਕ ਦੂਜੇ ਨੂੰ ਮਾਰਤਾ, ਦੂਜਾ ਉੱਠਿਆ ਤੀਜੇ ਨੂੰ ਮਾਰ ਦਿੱਤਾ। ਮੈਂ ਕਿਹਾ ਜਦੋਂ ਪਾਂਡਵਾਂ ਦਾ ਫੈਸਲਾ ਕਰਾਉਣ ਵਾਸਤੇ ਗਏ ਕ੍ਰਿਸ਼ਨ ਮਹਾਰਾਜ ਜੀ, ਅਤੇ ਆਖਰ ਉਹਨਾਂ ਦੇ ਭਰਾ ਸੀ, ਜੇ 5 ਪਿੰਡ ਦੇ ਵੀ ਦਿੰਦੇ ਤਾਂ ਕੀ ਫਰਕ ਪੈਂਦਾ। ਚੱਕਰਾਪਤੀ ਰਾਜ ਸੀ ਦੁਨੀਆ ਦਾ ਰਾਜ ਸੀ, ਅਤੇ 5 ਪਿੰਡਾਂ ਨਾਲ ਕੀ ਫਰਕ ਪੈਂਦਾ ਸੀ। ਲੇਕਿਨ ਉਹਨਾਂ ਨੇ ਮਾਣ ਕੀਤਾ ਕਿ ਅਸੀਂ ਰਾਜੇ ਹਾਂ,
ਸਾਡੇ ਪਾਸ ਫੌਜਾਂ ਨੇ, ਧਨ ਪਦਾਰਥ ਹੈ, ਇੱਜ਼ਤ ਸਾਡੇ ਨਾਲ ਹੈ, ਸਾਨੂੰ ਇਹ ਪੰਜ ਕੀ ਕਰ ਸਕਦੇ? ਪੰਜ ਪਿੰਡ ਨਹੀਂ ਮੰਨੇ। ਕ੍ਰਿਸ਼ਨ ਮਹਾਰਾਜ ਨੇ ਸਹੁੰ ਕਿਹਾ ਕਿ ਤੈਨੂੰ ਰਾਜਨੀਤੀ ਦਾ ਪਤਾ ਕੀ ਹੈ, ਤੂੰ ਤੇ ਜੰਗਲ 'ਚ ਗਊਆਂ ਚਾਰਨ ਵਾਲਾ। ਜਦੋਂ ਉੱਠ ਕੇ ਤੁਰਨ ਲੱਗੇ, ਕਹਿਣ ਲੱਗਿਆ ਇਹ ਸਾਡੇ ਪਾਸ ਰਵੋ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਕਿਸੇ ਦੇ ਪਾਸ ਰਹਿਣ ਦੇ ਦੋ ਤਿੰਨ ਮਸਲੇ ਹੁੰਦੇ ਹੈ, ਜਾਂ ਕੋਈ ਰਿਸ਼ਤੇਦਾਰੀ ਹੋਵੇ, ਜਾਂ ਕੋਈ ਯਾਰ ਦੋਸਤੀ, ਜਾਂ ਗੁਰੂ ਸਿੱਖ ਦਾ ਨਾਤਾ ਹੋਵੇ। ਮੇਰਾ ਤੁਹਾਡੇ ਨਾਲ ਰਿਸ਼ਤਾ ਹੀ ਕੋਈ ਨਹੀਂ ਰਿਹਾ। ਜਦੋਂ ਤੁਸੀਂ ਮੇਰਾ ਕਹਿਣਾ ਹੀ ਨਹੀਂ ਮੰਨਿਆ ਤਾਂ ਮੇਰਾ ਰਿਸ਼ਤਾ ਕੀ ਹੈਗਾ ਤੁਹਾਡੇ ਨਾਲ? ਅਤੇ ਰਾਤ ਰਹਿਣ ਦਾ ਵੀ ਮਕਸਦ ਕੀ ਹੈ? ਕਿੱਥੇ ਆ ਗਏ? ਰਾਜਿਆਂ ਦੇ ਸ਼ਾਹੀ ਮਹੱਲ ਛੱਡੇ, ਬੇਦਰ ਦੇ ਘਰ ਵਿੱਚ ਆ ਗਏ। ਬੇਦਰ ਦੇ ਘਰ ਆਏ। ਬੇਦਰ ਵੀ ਉਹਨਾਂ ਦੇ ਵਿੱਚੋਂ ਹੀ ਸੀ, ਹੈ ਉਹਨਾਂ ਦੇ ਵਿੱਚੋਂ ਹੀ ਸੀ ਬੇਦਰ ਵੀ, ਪਰ ਉਹਦੇ ਨਾਲ ਵੀ ਉਹਨਾਂ ਨੇ ਬੇਇਨਸਾਫ ਹੀ ਕੀਤਾ ਸੀ। ਉਹਨੂੰ ਆਪਣੇ ਘਰ 'ਚੋਂ ਕੋਈ ਹਿੱਸਾ ਉਹਨੂੰ ਵੀ ਨਹੀਂ ਸੀ ਦਿੱਤਾ ਹੈਗਾ, ਹੈ ਉਹਨਾਂ ਦੇ ਵਿੱਚੋਂ ਹੀ ਸੀ। ਬੇਦਰ ਦਾ ਜਾ ਕੇ ਦਰਵਾਜ਼ਾ ਟਕੋਰਿਆ। ਪਿਆਰ ਤੋਂ ਪਿਆਰ ਹੁੰਦਾ ਹੈ, ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ। ਪਿਆਰ ਜਿਹੜਾ ਉੱਥੇ ਗਰੀਬੀ ਅਤੇ ਅਮੀਰੀ ਦਾ ਸਵਾਲ ਨਹੀਂ ਹੈ। ਜਦੋਂ ਦਰਵਾਜ਼ਾ ਟਕੋਰਿਆ, ਬੇਦਰ ਦੀ ਔਰਤ ਬਾਹਰ ਆਈ। ਉਸ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਹਨੂੰ ਨਸ਼ਾ ਹੀ ਚੜ੍ਹ ਗਿਆ, ਹੋਸ਼ ਹੀ ਨਹੀਂ ਰਹੀ ਆਪਣੇ ਬਦਨ ਦੀ। ਇਤਨਾ ਨਸ਼ਾ ਹੋ ਗਿਆ, ਕ੍ਰਿਸ਼ਨ ਮਹਾਰਾਜ ਨੂੰ ਕੇਲੇ ਖਵਾਉਣ ਲੱਗੀ। ਛਿੱਲੜ ਕ੍ਰਿਸ਼ਨ ਮਹਾਰਾਜ ਅੱਗੇ ਰੱਖੀ ਜਾਵੇ ਅਤੇ ਗੱਭੇ ਆਪ ਖਾਈ ਜਾਵੇ। ਕ੍ਰਿਸ਼ਨ ਮਹਾਰਾਜ ਜੀ ਉਹ ਛਿੱਲੜੀ ਖਾਈ ਜਾਣ। ਜਦੋਂ ਬੇਦਰ ਜੀ ਆਏ, ਉਹਨਾਂ ਕਿਹਾ, ਭੋਲੀਏ ਤੂੰ ਕੀ ਕਰ ਰਹੀ ਹੈ? ਭਗਵਾਨ ਨੂੰ ਕੀ ਦੇ ਰਹੀ ਹੈ? ਹੋਸ਼ ਆ ਗਈ। ਉਹ ਜਿਹੜਾ ਨਸ਼ਾ ਸੀ ਉਹ ਨਸ਼ਾ ਲੱਥ ਗਿਆ। ਜਦੋਂ ਗੱਭੇ ਲੱਗੀ ਦੇਣ, ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਉਹ ਸਵਾਦ ਨਹੀਂ, ਪਹਿਲਾ ਸਵਾਦ ਨਹੀਂ ਹੈ। ਜਿਹੜਾ ਪਹਿਲਾ ਸਵਾਦ ਸੀ ਉਹ ਨਹੀਂ ਇਹਦੇ ਵਿੱਚ। ਉਹ ਛਿੱਲੜਾਂ 'ਚ ਵੀ ਸਵਾਦ ਸੀ। ਕਿਉਂ? ਉਹਦੇ 'ਚ ਪਿਆਰ ਸੀ। ਸਵਾਦ ਅਤੇ ਪਿਆਰ ਦਾ ਹੁੰਦਾ ਹੈ, ਤੁਸੀਂ ਕਿਸੇ ਨੂੰ ਸੁੱਕੀ ਰੋਟੀ ਖਵਾ ਦਿਓ ਪਿਆਰ ਦੇ ਨਾਲ, ਅਤੇ ਉਹਦੇ ਵਿੱਚ ਉਹ ਬੰਦਾ ਖੁਸ਼ ਰਹਿੰਦਾ ਹੈ। ਤੁਸੀਂ ਚੰਗਾ ਖਾਣਾ ਖਵਾ ਦਿਓ, ਕੋਈ ਭੈੜੀ ਗੱਲ ਕਹਿ ਦਿਓ, ਉਹ ਸਾਰਾ ਸੁਆਹ ਬਣ ਜਾਂਦਾ। ਉਹ ਸਵਾਦ ਨਹੀਂ ਰਿਹਾ ਜਿਹੜਾ ਸਵਾਦ ਛਿੱਲੜਾਂ ਵਿੱਚ ਸੀ। ਬੇਦਰ ਦੇ ਘਰ ਆ ਕੇ ਉਹਨਾਂ ਨੇ ਮਾਣ ਕੀਤਾ, ਅਤੇ ਬਾਣੀ 'ਚ ਲਿਖਿਆ ਹੈ, ਤੇਰਾ ਮਾਣ ਖੁਦਾ ਨੂੰ ਨਾ ਪਾਵੇ, ਬੰਦਿਆ ਤੂੰ ਮਾਣ ਨਾ ਕਰੇ। ਜੰਗ ਹੋਇਆ, ਇਹ ਸਾਡੇ ਨਾਲ ਜੰਗ ਕਰਨ ਤੇ ਲੈ ਲੈਣ। ਕੀ ਰਿਹਾ ਫਿਰ? ਕੁਲਾਂ ਖਤਮ ਹੋ ਗਈਆਂ। ਕੁਲਾਂ ਖਤਮ ਹੋ ਗਈਆਂ, ਰਾਜ ਪਾੜ ਸਭ ਖਤਮ ਹੋ ਗਏ। ਮਾਣ ਕੀਤਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਐ ਮਨ, ਤੂੰ ਇਸ ਬਿਮਾਰੀ ਨੂੰ ਦੂਰ ਕਰ। ਤੂੰ ਕਿਸ ਚੀਜ਼ ਦਾ ਮਾਣ ਕਰਦਾ ਹੈ? ਕਿਹੜੀ ਚੀਜ਼ ਤੇਰੇ ਸਾਥ ਜਾਣ ਵਾਲੀ ਹੈ? ਕੋਈ ਦੁਨੀਆ 'ਚ ਨਜ਼ਰ ਮਾਰ, ਕੋਈ ਸੱਜਣ ਮਿੱਤਰ, ਕੋਈ ਆਪਣਾ ਪਰਾਇਆ, ਕੋਈ ਹੈ ਤੇਰਾ ਸਾਥੀ? ਔਖੇ ਵੇਲੇ ਦਾ ਕੋਈ ਤੇਰਾ ਸਾਥ ਦੇਗਾ? ਤਾਂ ਕੋਈ ਨਜ਼ਰ ਆਉਂਦਾ ਨਹੀਂ, ਅਤੇ ਨਾ ਹੈ, ਅਤੇ ਨਾ ਕਿਸੇ ਨੂੰ ਕਿਸੇ ਸਾਥ ਦਿੱਤਾ ਹੈ।
ਇਸੇ ਵਾਸਤੇ ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਉਸ ਪਰਮਾਤਮਾ ਨੂੰ ਮਾਣ ਦੀ ਜ਼ਰੂਰਤ ਨਹੀਂ ਹੈ, ਉਹਨੂੰ ਪਿਆਰ ਦੀ ਜ਼ਰੂਰਤ ਹੈ। ਜਦੋਂ ਭਗਵਾਨ ਨੂੰ ਰਿਸ਼ੀਆਂ ਮੁਨੀਆਂ ਨੇ ਕਿਹਾ ਕਿ ਸਾਡੇ ਆਸ਼ਰਮ 'ਚ ਦਰਸ਼ਨ ਦਿਓ ਜੀ, ਉਹਨਾਂ ਮਨਜ਼ੂਰ ਕਰ ਲਿਆ। ਪਰ ਉਸੇ ਜੰਗਲ ਦੇ ਵਿੱਚ ਇੱਕ ਭੀਲਣੀ ਵੀ ਸੀ ਜਿਹੜੀ ਬਹੁਤ ਗਰੀਬ ਸੀ, ਕੱਖਾਂ ਦੀ ਝੌਂਪੜੀ ਸੀ ਉਸ ਦੀ। ਦਿਲ 'ਚ ਸੋਚਿਆ ਕਿ ਇਹ ਬੜੇ ਬੜੇ ਅਮੀਰ ਨੇ ਰਿਸ਼ੀ ਮੁਨੀ, ਇਹਨਾਂ ਦੇ ਮਕਾਨ ਵੀ ਅੱਛੇ ਨੇ, ਖਾਣੇ ਵੀ ਅੱਛੇ ਬਣਾਉਣੇ ਹੈ, ਹੋ ਸਕਦਾ ਭਗਵਾਨ ਨੂੰ ਮੇਰੀ ਝੌਂਪੜੀ ਤੱਕ ਆਉਣ ਦੇਣ ਜਾਂ ਨਹੀਂ, ਪਰ ਬਾਈ ਚਾਂਸ ਜੇ ਆ ਵੀ ਜਾਣਗੇ ਤਾਂ ਮੈਂ ਭੋਗ ਕਾਹਦਾ ਲਗਾਵਾਂਗੀ, ਮੇਰੇ ਪਾਸ ਤਾਂ ਕੁਝ ਵੀ ਨਹੀਂ ਹੈਗਾ। ਪਿਆਰ ਤੋਂ ਪਿਆਰ ਹੀ ਹੁੰਦਾ ਹੈ। ਜੰਗਲ ਵਿੱਚ ਜਾ ਕੇ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਨਾਲ ਮਿੱਠੇ ਮਿੱਠੇ ਬੇਰ ਤੋੜੇ ਚੱਕ ਚੱਕ ਕੇ, ਕੋਈ ਕੌੜਾ ਬੇਰ ਨਾ ਭਗਵਾਨ ਨੂੰ ਚਲਾ ਜਾਏ, ਆਪਣੀ ਝੌਂਪੜੀ ਦੇ ਵਿੱਚ ਰੱਖ ਲਏ। ਸ਼ਰਧਾ ਪੂਰੀ ਸੀ। ਜਦੋਂ ਉਹ ਸਮਾਂ ਆਇਆ, ਭਗਵਾਨ ਜੀ ਆਏ। ਇੱਕ ਰਿਸ਼ੀ ਨੂੰ ਪੁੱਛਿਆ ਕਿ ਮਕਾਨ ਕਿਹਦਾ ਹੈ? ਜੀ ਮੇਰਾ ਹੈ। ਦੂਜੇ ਨੇ ਪੁੱਛਿਆ ਜੀ ਇਹ ਕਿਹਦਾ ਮਕਾਨ ਹੈ? ਜੀ ਮੇਰਾ ਹੈ। ਤੀਜੇ ਨੂੰ ਪੁੱਛਿਆ ਕਿਹਦਾ? ਜੀ ਮੇਰਾ ਹੈ। ਮੇਰਾ ਮੇਰਾ ਕਰਦੇ ਲੰਘ ਗਏ ਸਾਰੇ ਮਕਾਨ। ਕਿਸੇ ਮਕਾਨ ਦੇ ਵਿੱਚ ਨਹੀਂ ਬੈਠੇ। ਪੁੱਛਿਆ ਇੱਥੇ ਕੋਈ ਹੋਰ ਵੀ ਸਾਧੂ ਹੈ? ਉਹਨਾਂ ਕਿਹਾ ਜੀ ਇੱਕ ਭੀਲਣੀ ਹੈ, ਬੜੀ ਦੂਰ ਜਿਹੀ ਉਸ ਦਾ ਕੁਠੀਆ ਦੱਸਿਆ। ਭਗਵਾਨ ਜੀ ਉੱਥੇ ਚਲਾ ਗਏ। ਜਾ ਕੇ ਪੁੱਛਿਆ ਕਿ ਝੌਂਪੜੀ ਕਿਸ ਦੀ ਹੈ? ਇੱਥੋਂ ਪਤਾ ਲੱਗਦਾ ਹੈ ਕਿ ਉਹ ਮਾਲਕ ਜਿਹੜਾ ਹੈ, ਜਾਤੀ ਰਾਮ ਨ ਰੀਝੀਏ ਭਗਤ ਕਰੇ ਤਾਂ ਸੀਝੀਏ, ਉਹ ਪਰਮਾਤਮਾ ਜਿਹੜਾ ਹੈ ਉਹ ਕਿਸੇ ਬੜੇ ਛੋਟੇ ਦਾ ਨਹੀਂ, ਉਹ ਪਿਆਰ ਦਾ ਭੁੱਖਾ ਹੈ। ਉਸ ਨੂੰ ਪਿਆਰ ਦੀ ਜ਼ਰੂਰਤ ਹੈ। ਪੁੱਛਿਆ ਇਹ ਝੌਂਪੜੀ ਕਿਸ ਦੀ ਹੈ? ਤੋ ਭੀਲਣੀ ਨੇ ਕਿਹਾ, ਉੱਠ ਕੇ ਖੜੀ ਹੋ ਗਈ, ਗਲ 'ਚ ਪੱਲਾ ਪਾ ਲਿਆ, ਹੱਥ ਬੰਨ੍ਹ ਲਏ ਅਤੇ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਕਹਿਣ ਲੱਗੀ, ਮਹਾਰਾਜ ਇਹ ਝੌਂਪੜੀ ਵੀ ਆਪ ਦੀ ਹੈ ਅਤੇ ਮੈਂ ਵੀ ਆਪ ਦੀ ਹਾਂ, ਮੇਰਾ ਇੱਥੇ ਕੁਛ ਨਹੀਂ ਹੈ, ਮੇਰਾ ਇੱਥੇ ਕੁਛ ਵੀ ਨਹੀਂ। ਅਤੇ ਉਸ ਝੌਂਪੜੀ ਦੇ ਵਿੱਚ ਭਗਵਾਨ ਜੀ ਬੈਠ ਗਏ ਔਰ ਜੂਠੇ ਬੇਰ ਭੀਲਣੀ ਦੇ ਖਾਧੇ। ਇਹ ਇਤਿਹਾਸ ਹੈ, ਕੋਈ ਬਨੌਟੀ ਗੱਲ ਨਹੀਂ, ਆਮ ਜਗ੍ਹਾ 'ਤੇ ਪੜ੍ਹਿਆ ਜਾਂਦਾ ਹੈ। ਸਾਰੇ ਰਿਸ਼ੀ ਮੁਨੀ ਪਰੇਸ਼ਾਨ ਹੋ ਗਏ ਕਿ ਕੀ ਬਣਿਆ, ਸਾਡੇ ਬੜੇ ਸੋਹਣੇ ਮਕਾਨ, ਅੱਛੇ ਅੱਛੇ ਅਸੀਂ ਖਾਣੇ ਬਣਾਏ ਹੈ, ਨਾ ਭਗਵਾਨ ਜੀ ਸਾਡੇ ਮਕਾਨਾਂ 'ਚ ਬੈਠੇ ਹੈ, ਨਾ ਸਾਡੇ ਖਾਣੇ ਖਾਧੇ। ਪਰੇਸ਼ਾਨ ਹੋ ਗਏ। ਸਾਰਿਆਂ ਨੂੰ ਬੁਲਾਇਆ, ਆਓ ਭਾਈ ਬੈਠੋ, ਮੈਂ ਸਭ ਤੋਂ ਪਹਿਲਾਂ ਤੁਹਾਡਾ ਨੰਬਰ ਸੀ, ਤੁਹਾਨੂੰ ਪੁੱਛਿਆ ਕਿ ਇਹ ਮਕਾਨ ਕਿਸ ਦਾ ਹੈ, ਤਾਂ ਤੁਸੀਂ ਕਿਸੇ ਨੇ ਨਹੀਂ ਕਿਹਾ ਮੇਰਾ, ਤੁਸੀਂ ਆਪਣੇ ਆਪਣੇ ਕਿਹਾ ਹੈ। ਇਸ ਵਿਚਾਰੀ ਗਰੀਬਣੀ ਨੇ ਇਹ ਕੱਖਾਂ ਦੀ ਝੌਂਪੜੀ ਜਿਹੜੀ ਹੈ ਇਹ ਕਿਹਾ ਜੀ ਤੁਹਾਡੀ ਹੈ। ਬੜੀ ਸ਼ਰਧਾ ਨਾਲ, ਬੜੇ ਪਿਆਰ ਨਾਲ ਕਿਹਾ ਹੈ, ਮੈਂ ਇਹਦੇ ਵਿੱਚ ਬੈਠ ਗਿਆ, ਤੁਹਾਡਾ ਕੀ ਇਤਰਾਜ਼ ਹੈ? ਜੋ ਕੁਛ ਇਹਦੇ ਪਾਸ ਹੈ ਸੀ ਉਸ ਦਾ ਅਸੀਂ ਭੋਗ ਲਗਾਇਆ, ਹੁਣ ਤੁਹਾਡਾ ਕੀ ਇਤਰਾਜ਼ ਹੈ ਇਹਦੇ ਵਿੱਚ? ਉੱਥੇ ਲਿਖਿਆ, ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ। ਜਿਨ ਲਫ਼ਜ਼ ਜਿਹੜਾ ਇਹ ਇੱਕ ਮੁਸ਼ਤਰਕਾ ਲਫ਼ਜ਼ ਹੈ, ਇਹ ਕਿਸੇ ਦੇ ਵੀ ਘਟ ਸਕਦਾ ਹੈ, ਕੋਈ ਵੀ ਹੋ ਸਕਦਾ ਹੈ,
ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ। ਗਰੀਬ ਕਰ ਸਕਦਾ ਹੈ, ਅਮੀਰ ਕਰ ਸਕਦਾ ਹੈ। ਪਿਆਰ ਜਿਹੜਾ ਹੈ, ਮਾਣ ਔਰ ਨਾਮ, ਜਿਸ ਤਰ੍ਹਾਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇਸੇ ਤਰ੍ਹਾਂ ਜਿੱਥੇ ਨਾਮ ਹੈ ਉੱਥੇ ਨਾਮ ਰਹੇਗਾ, ਉੱਥੇ ਮਾਣ ਨਹੀਂ ਰਹੇਗਾ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ ਰਹੇਗਾ। ਇੱਕੋ ਚੀਜ਼ ਨੇ ਰਹਿਣਾ ਹੈ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਐ ਕਬੀਰ ਮਨ ਤੋਂ ਏਕ ਹੈ, ਚਾਹੇ ਕਿਤੇ ਲਗਾ, ਚਾਹੇ ਕਰ ਭਗਤੀ, ਚਾਹੇ ਵਿਸ਼ੇ ਕਮਾ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਮਨ ਤੇ ਇੱਕੋ ਹੀ ਹੈ। ਚਾਹੇ ਤੂੰ ਇਹਦੇ ਨਾਲ ਭਗਤੀ ਕਰ ਲੈ ਤੇ ਚਾਹੇ ਮਾੜੇ ਕਰਮ ਕਰ ਲੈ, ਇੱਕ ਦੋ ਕੰਮ ਨਹੀਂ ਕਰ ਸਕਦਾ, ਇੱਕੋ ਹੀ ਕਰ ਸਕਦਾ ਹੈ। ਹੁਣ ਜਿਨ੍ਹਾਂ ਨੇ ਕਿਸੇ ਸੰਤਾਂ ਮਹਾਂਪੁਰਖਾਂ ਦੇ ਪਾਸੋਂ ਜੁਗਤੀ ਲੈ ਕੇ ਮਿਹਨਤ ਕੀਤੀ ਹੈ, ਠੀਕ ਉਹਦੇ ਅੰਦਰ ਜਿਸ ਤਰ੍ਹਾਂ ਬੱਦਲ ਪੈਂਦਾ ਤੇ ਜ਼ਮੀਨ 'ਚ ਸਲਾਬ ਆ ਜਾਂਦੀ ਹੈ, ਇੱਦਾਂ ਧੂੜਾਂ ਉੱਡਦੀਆਂ ਨੇ। ਜਦੋਂ ਬੱਦਲ ਨਹੀਂ ਪਿਆ ਹੁੰਦਾ ਤਾਂ ਉਹੀ ਮਿੱਟੀ ਉੱਡਦੀ ਹੈ, ਜਦੋਂ ਬੱਦਲ ਪੈਂਦਾ ਉਹੀ ਮਿੱਟੀ ਬਹਿ ਜਾਂਦੀ ਹੈ, ਉਹਦੇ 'ਚ ਸਲਾਬ ਆ ਜਾਂਦੀ ਹੈ। ਉਹਦੇ ਵਿੱਚ ਕੱਖ ਕਾਣ ਜਿਹੜੇ ਰਿਹੌਲੀ ਹੋ ਜਾਂਦੀ ਹੈ, ਦਰਖਤਾਂ 'ਚ ਰਿਹੌਲੀ ਹੋ ਜਾਂਦੀ ਹੈ, ਖੁਸ਼ੀ ਆ ਜਾਂਦੀ ਹੈ, ਹਰ ਚੀਜ਼ ਵਿੱਚ ਖੁਸ਼ੀ ਆ ਜਾਂਦੀ ਹੈ। ਕਈ ਵਾਰ ਸੋਚਿਆ, ਦੇਖਦੇ ਹਾਂ ਕਿ ਜਦੋਂ ਬੱਦਲ ਚੜ੍ਹਦੇ ਹੈ, ਉਹਨਾਂ ਦੇ ਵਿੱਚ ਜਾਨਵਰ ਉੱਡਦੇ ਹੈ, ਬੜੀ ਖੁਸ਼ੀਆਂ ਕਰਦੇ ਹੈ। ਔਰ ਕਈ ਵਾਰ ਪਸ਼ੂ ਵੀ ਖੁਸ਼ੀਆਂ ਕਰਦੇ ਹੈ, ਪਸ਼ੂ ਵੀ ਦੌੜਦੇ ਹੈ ਉਸ ਸਮੇਂ 'ਚ ਅਤੇ ਖੁਸ਼ੀਆਂ ਕਰਦੇ ਹੈ। ਹਰ ਇੱਕ ਚੀਜ਼ ਨੂੰ ਉਸ ਚੀਜ਼ ਦੀ ਖੁਸ਼ੀ ਹੈ। ਜਿਹਦੇ ਅੰਦਰ ਉਹ ਸ਼ਬਦ ਦੀ ਤਾਕਤ ਆ ਜਾਏ, ਉਹ ਸਲਾਬ ਹੋਣਾ ਸ਼ੁਰੂ ਹੋ ਜਾਏ, ਕਿ ਉਹ ਖੁਸ਼ ਨਾ ਹੋਏਗਾ? ਉਹਦੇ ਅੰਦਰ ਖੁਸ਼ੀ ਨਹੀਂ ਆਏਗੀ। ਪਰ ਇਹ ਕੁਛ ਟਾਈਮ ਲੱਗਦਾ ਹੈ। ਇਹ ਕਮਾਈ ਦਾ ਕੰਮ ਹੈ। ਮਿਹਨਤ ਕਰੇ, ਆਸਤੇ ਆਸਤੇ ਜਿਉਂ-ਜਿਉਂ ਮਿਹਨਤ ਕਰੇਗਾ ਤਿਉਂ ਇਹਦੇ ਅੰਦਰ ਉਹ ਜੋੜ ਜੱਤਾ ਬਣਨਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਕੋਈ ਵੀ ਬੰਦਾ ਸਿਆਣਾ ਕੰਮ ਕਰਦਾ ਹੈ, ਪੈਸਾ ਵੀ ਬੁਗਣੀ 'ਚ ਪਾਉਂਦਾ ਹੈ, ਇੱਕ ਦਿਨ ਉਹ ਬੁਗਣੀ 'ਚ ਰਕਮ ਬਣ ਜਾਂਦੀ ਹੈ। ਥੋੜ੍ਹਾ ਵੀ ਪਾਏਗਾ ਤਦ ਵੀ ਇੱਕ ਦਿਨ ਰਕਮ ਬਣ ਜਾਏਗੀ। ਇਸੇ ਤਰ੍ਹਾਂ ਅਸੀਂ ਭਜਨ ਸਿਮਰਨ ਕਰਾਂਗੇ, ਮਾਣ ਤਰਾਣ ਛੱਡ ਕੇ, ਹੰਕਾਰ ਛੱਡ ਕੇ, ਲੋਭ ਲਾਗ ਛੱਡ ਕੇ ਜੇ ਭਜਨ ਕਰਾਂਗੇ, ਆਸਤੇ ਆਸਤੇ ਸਾਡੇ ਅੰਦਰ ਵੀ ਉਹ ਸਲਾਬ ਆਉਣਾ ਸ਼ੁਰੂ ਹੋ ਜਾਏਗੀ, ਠੰਡ ਪੈਣਾ ਸ਼ੁਰੂ ਹੋ ਜਾਏਗੀ, ਉਹ ਤਾਕਤ ਜਿਹੜੀ ਸਾਡੇ ਅੰਦਰ ਆਉਣਾ ਸ਼ੁਰੂ ਹੋ ਜਾਏਗੀ। ਪਰ ਕੰਮ ਕਰਨ ਨਾਲ, ਜੇ ਕਰਾਂਗੇ ਤਦ, ਜੇ ਨਾ ਕਰਾਂਗੇ ਫਿਰ ਮੁਸ਼ਕਲ ਹੈ, ਫਿਰ ਨਹੀਂ, ਫਿਰ ਨਾ ਕਿਸੇ ਦੇ ਆਈ ਹੈ ਅਤੇ ਨਾ ਹੀ ਕਿਸੇ ਦੇ ਆਉਣੀ। ਹਰ ਚੀਜ਼ ਕੰਮ ਨਾਲ ਮਿਲਦੀ ਹੈ। ਜੇ ਅਸੀਂ ਦੁਨੀਆ ਵਿੱਚ ਕਿਸੇ ਬਾਹਰਲੀ ਮਾਇਆ ਦੀ ਜ਼ਰੂਰਤ ਹੈ ਤਾਂ ਉਹਦੇ ਵਿੱਚ ਵੀ ਸਾਨੂੰ ਕੰਮ ਕਰਨਾ ਪੈਂਦਾ, ਮਿਹਨਤ ਕਰਨਾ ਪੈਂਦੀ ਹੈ, ਤਦ ਮਿਲਦੀ ਹੈ। ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹਦੇ ਬਾਰੇ ਵੀ ਸਾਨੂੰ ਮਿਹਨਤ ਕਰਨਾ ਪੈਂਦੀ ਹੈ। ਮਿਹਨਤ ਦੀ ਜ਼ਰੂਰਤ ਹੈ, ਪਰ ਇਹ ਨਾਸ਼ਵਾਨ ਚੀਜ਼ਾਂ ਨੇ, ਇਹਦੀ ਮਿਹਨਤ ਬੜੀ ਬਹੁਤ ਜਣੇ ਕੰਮ ਹੈ, ਔਰ ਇਹਦੀ ਜਿਹੜੀ ਹੱਦ ਵੀ ਬਹੁਤ ਛੋਟੀ ਜਿਹੀ ਹੈ। ਇਹ ਸਿਰਫ ਸਾਡੇ ਤੱਤਾਂ ਦੀ ਖੁਰਾਕ ਹੈ। ਜਿਹੜੇ ਸਾਡੇ ਤੱਤ ਨੇ, 4 ਤੱਤ ਨੇ, ਅੱਗ, ਮਿੱਟੀ, ਹਵਾ ਅਤੇ ਪਾਣੀ। ਇਹਦੇ ਵਾਸਤੇ ਅਸੀਂ ਨੌਕਰੀ ਕਰਦੇ ਹਾਂ, ਇਹਨਾਂ ਵਾਸਤੇ ਅਸੀਂ ਦੁਕਾਨਦਾਰੀ ਕਰਦੇ ਹਾਂ, ਇਹਨਾਂ ਵਾਸਤੇ ਅਸੀਂ ਖੇਤੀਬਾੜੀ ਕਰਦੇ ਹਾਂ, ਇਹਨਾਂ ਤੱਤਾਂ ਨੂੰ ਕਾਇਮ ਰੱਖਣ ਵਾਸਤੇ। ਇਹ ਜਦ ਸਾਡਾ ਸਰੀਰ, ਸਾਡਾ ਦਾਣਾ ਪਾਣੀ ਮੁੱਕ ਜਾਂਦਾ ਹੈ, ਇਹ ਨਾਲ ਹੀ ਇਹ ਤੱਤ ਵੀ ਖਤਮ ਹੋ ਜਾਂਦੇ ਹੈ, ਔਰ ਇਹਦੀਆਂ ਖੁਰਾਕਾਂ ਵੀ ਖਤਮ ਹੋ ਜਾਂਦੀਆਂ ਨੇ।
ਪਰ ਜਿਹੜੀ ਅਸਲੀ ਚੀਜ਼ ਸੰਤ ਦੱਸਦੇ ਹੈ, ਰੂਹ ਦੀ ਖੁਰਾਕ ਹੈ ਸ਼ਬਦ, ਜਿਹੜੀ ਇਹਦੇ ਅੰਦਰ ਉਹ ਧੁਣ ਆ ਰਹੀ ਹੈ, ਲੱਜਤ ਆ ਰਹੀ ਹੈ, ਉਹ ਖਤਮ ਨਹੀਂ ਹੁੰਦੀ, ਉਹ ਖਤਮ ਨਹੀਂ ਹੁੰਦੀ। ਇਹ ਸਰੀਰ ਖਤਮ ਹੋ ਜਾਂਦਾ ਹੈ, ਮਿੱਟੀ ਨਾਲ ਮਿੱਟੀ ਮਿਲ ਜਾਂਦੀ ਹੈ, ਹਵਾ ਨਾਲ ਹਵਾ ਮਿਲ ਜਾਂਦੀ ਹੈ, ਪਾਣੀ ਨਾਲ ਪਾਣੀ ਮਿਲ ਜਾਂਦਾ, ਅਗਨ ਨਾਲ ਅਗਨ ਮਿਲ ਜਾਂਦੀ। ਸਰੀਰ ਖਤਮ ਹੋ ਗਿਆ, ਇਹਦੀ ਖੁਰਾਕਾਂ ਵੀ ਖਤਮ ਹੋ ਗਈਆਂ। ਪਰ ਜਿਹੜੀ ਸਾਡੀ ਰੂਹ ਦੀ ਖੁਰਾਕ ਹੈ ਉਹ ਖਤਮ ਨਹੀਂ ਹੁੰਦੀ, ਉਹ ਟਲ ਹੈ, ਉਹ ਹਮੇਸ਼ਾ ਵਾਸਤੇ ਕਾਇਮ ਹੈ। ਅਸਲੀ ਸੰਤ ਮਹਾਂਪੁਰਖ ਉਸ ਖੁਰਾਕ ਨੂੰ ਦੱਸਦੇ ਕਿ ਉਹਦੇ ਵਾਸਤੇ ਸਾਨੂੰ ਭਜਨ ਸਿਮਰਨ ਦੀ ਜ਼ਰੂਰਤ ਹੈ ਔਰ ਨੇਕ ਪਾਕ ਕੰਮ ਕਰਨ ਦੀ ਜ਼ਰੂਰਤ ਹੈ, ਉਸ ਖੁਰਾਕ ਵਾਸਤੇ ਜਿਹੜੀ ਸਾਡੇ ਵਾਸ ਹਮੇਸ਼ਾ ਹੀ ਵਾਸਤੇ ਰਹਿਣੀ ਹੈ। ਇਹ ਜਿਹੜੀਆਂ ਖੁਰਾਕਾਂ ਸਾਡੀਆਂ ਇਹ ਹਮੇਸ਼ਾ ਨਹੀਂ ਰਹਿਣੀਆਂ। ਹਮੇਸ਼ਾ ਸਾਡੀ ਦੁਕਾਨਦਾਰੀ ਨਹੀਂ ਰਹਿਣੀ, ਹਮੇਸ਼ਾ ਸਾਡੀ ਖੇਤੀਬਾੜੀ ਨਹੀਂ ਰਹਿ ਸਕਦੀ, ਹਮੇਸ਼ਾ ਹੀ ਸਾਡੀ ਨੌਕਰੀ ਨਹੀਂ ਰਹਿ ਸਕਦੀ। ਸਰੀਰ ਦੇ ਨਾਲ ਹੈ, ਇਹਨਾਂ ਤੱਤਾਂ ਦੇ ਨਾਲ ਹੈ। ਜਦੋਂ ਤੱਤ ਖਤਮ ਹੋਏ ਸਾਡੀਆਂ ਨੌਕਰੀਆਂ ਖਤਮ ਹੋ ਗਈਆਂ, ਸਾਡੀਆਂ ਖੇਤੀਆਂ ਬਾੜੀਆਂ ਖਤਮ ਹੋ ਗਈਆਂ, ਜੋ ਵੀ ਬਿਜ਼ਨਸ ਅਸੀਂ ਕਰਦੇ ਹਾਂ ਸਾਰਾ ਖਤਮ ਹੋ ਗਿਆ, ਇਹਨਾਂ ਤੱਤਾਂ ਦੇ ਨਾਲ ਹੈ। ਲੇਕਿਨ ਜਿਹੜਾ ਰੂਹ ਦਾ ਸਾਡੀ ਅੰਦਰ ਤਾਕਤ ਹੈ, ਉਹ ਸ਼ਬਦ ਨਾਲ, ਜਦੋਂ ਉਹ ਸ਼ਬਦ ਦਾ ਰਸ ਜਿਹੜਾ ਹੈ ਉਹ ਕਦੀ ਖਤਮ ਨਹੀਂ ਹੋ ਸਕਦਾ, ਉਹ ਹਮੇਸ਼ਾ ਵਾਸਤੇ ਟਲ ਹੈ। ਪਰ ਮਿਲੇਗਾ ਕਿਸ ਤਰ੍ਹਾਂ? ਉਹ ਭਜਨ ਸਿਮਰਨ ਨਾਲ। ਜਿਉਂ-ਜਿਉਂ ਸਿੱਖ ਭਜਨ ਕਰੇਗਾ, ਇੱਕ ਦਿਨ ਦਾ ਮਸਲਾ ਨਹੀਂ, ਜਾਂ ਸਾਲ ਦਾ ਨਹੀਂ, 2 ਸਾਲ ਦਾ ਨਹੀਂ, ਸਹਿਜੇ ਸਹਿਜ ਪੱਕੇ ਸੋ ਮਿੱਠਾ ਹੋਏ। ਕੋਈ ਵੀ ਫਲ ਜਿਹੜਾ ਹੈ ਉਹ ਯਕਦਮ ਮਠਿਆਸ ਨਹੀਂ ਦਿੰਦਾ, ਉਹ ਦਰਖਤ ਨਾਲ ਜੁੜਿਆ ਰਹਿੰਦਾ ਹੈ। ਆਸਤੇ 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 ਉਹਦੀ ਤਬਦੀਲੀ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਦਿਨ ਉਹ ਹੀ ਮਿੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਸਤੇ ਆਸਤੇ ਅਸੀਂ ਵੀ ਭਜਨ ਸਿਮਰਨ ਕਰਾਂਗੇ, ਸਾਡੇ ਅੰਦਰ ਵੀ ਉਹ ਤਾਕਤ ਹੌਲੀ ਹੌਲੀ ਆਉਣਾ ਸ਼ੁਰੂ ਹੋ ਜਾਏਗੀ। ਇੱਕ ਦਿਨ ਅਸੀਂ ਵੀ ਆਪਣੇ ਦੇਸ਼ ਪਹੁੰਚ ਜਾਵਾਂਗੇ ਔਰ ਹਮੇਸ਼ਾ ਦਾ ਸੁਖ ਪ੍ਰਾਪਤ ਕਰ ਲਵਾਂਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਹੈ ਕਿ ਐ ਮਨ ਤੂੰ ਮਾਣ ਕਿਸ ਚੀਜ਼ ਦਾ ਕਰਦਾ ਹੈ? ਇਹ ਚੀਜ਼ਾਂ ਸਾਰੀਆਂ ਇੱਥੇ ਰਹਿ ਜਾਣੀਆਂ। ਜੇ ਮਾਇਆ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀ ਹੈ, ਜੇ ਕੌਮਾਂ ਮਜ਼ਹਬਾਂ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀਆਂ ਨੇ, ਜੇ ਪਰਿਵਾਰ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀ ਹੈ। ਤੈਨੂੰ ਇਕੱਲਿਆਂ ਨੂੰ ਜਾਣਾ ਪਏਗਾ। ਸਾਈਂ ਬੁੱਲੇ ਸ਼ਾਹ ਨੇ ਇਸੇ ਵਾਸਤੇ ਬਾਣੀ 'ਚ ਫਰਮਾਇਆ, ਬੁੱਲਿਆ ਇਹ ਜੋ ਤੇਰੀ ਮਾਸੀ ਫੁੱਫੀ ਤੈਨੂੰ ਤੇਰੇ ਨਾਲ ਨਾ ਕੋਈ ਜਾਸੀ, ਇਹ ਸਭ ਕਜੀਆ ਤੈਨੂੰ ਪੈਸੀ। ਇਹ ਜਿਹੜੇ ਤੇਰੇ ਰਿਸ਼ਤੇਦਾਰੀਆਂ ਸੱਜਣ ਮਿੱਤਰ ਨੇ, ਤੇਰੇ ਨਾਲ ਕਿਸੇ ਨਹੀਂ ਜਾਣਾ। ਇਹ ਸਾਰਾ ਕਜੀਆ, ਸਾਰਾ ਦੁੱਖ ਜੋ ਵੀ ਅੱਗੇ ਆਉਣਾ ਉਹ ਤੈਨੂੰ ਹੀ ਆਉਣਾ ਅਤੇ ਤੈਨੂੰ ਭੁਗਤਣਾ ਪੈਣਾ। ਇਹ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਤੇ ਆਉਂਦੇ ਹੈ, ਸਾਨੂੰ ਇਹਨਾਂ ਦੁੱਖਾਂ ਤੋਂ ਬਚਾਉਂਦੇ ਹੈ। ਔਰ ਇਹਨਾਂ ਦਾ ਅਸਲੀ ਦੁੱਖ ਜਿਹੜਾ ਮੂਲ ਕੀ ਹੈ? ਉਹ ਮਨ, ਜਿਹੜਾ ਅਸੀਂ ਹੰਕਾਰ ਕਰਦੇ ਹਾਂ, ਜਿਹੜਾ ਅਸੀਂ ਮਾਣ ਕਰਦੇ ਹਾਂ। ਸਾਰੇ ਦੁੱਖਾਂ ਦੀ ਇੱਕ ਬੁਨਿਆਦ ਹੈ, ਮਨ ਮਰੇ ਤਾਂਤ ਮਰ ਜਾਏ। ਜਦੋਂ ਮਨ ਮਰ ਗਿਆ, ਇਹਦੀਆਂ ਸ਼ਾਖਾਂ ਖਤਮ ਹੋ ਗਈਆਂ। ਜਿਹੜਾ ਦਰਖਤ ਡਿੱਗ ਪੈਂਦਾ ਉਹਦੀਆਂ ਜੜ੍ਹਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਇਸ ਵਾਸਤੇ ਹੀ ਸੰਤਾਂ ਮਹਾਂਪੁਰਖਾਂ ਨੇ ਜਦ ਜਦ ਵੀ ਦੁਨੀਆ 'ਤੇ ਆਏ, ਸਾਨੂੰ ਇਹਦੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਹਜ਼ਰਤ ਬਹੂ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਫਰਮਾਇਆ ਹੈ, ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੋ। ਅਸੀਂ ਸਾਰੀ ਦੁਨੀਆ ਮਾਣ ਮੰਗਦੇ ਹਾਂ, ਕਦੀ ਅਸੀਂ ਮਾਲਕ ਦਾ ਪਿਆਰ ਵੀ ਮੰਗਿਆ? ਕਦੀ ਉਸ ਮਾਲਕ ਦਾ ਪਿਆਰ ਵੀ ਮੰਗਿਆ ਹੈ? ਅਸੀਂ ਸਾਰੀ ਦੁਨੀਆ ਮਾਣ ਮੰਗਦੇ ਹਾਂ। ਮਾਣ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੋ। ਮੰਗਣ ਮਾਣ ਸ਼ਰਮਾਵਣ ਇਸ਼ਕੋਂ, ਦਿਲ ਨੂੰ ਗੈਰਤ ਹੋਈ। ਅਸੀਂ ਮਾਣ ਮੰਗਦੇ ਹਾਂ, ਉਸ ਮਾਲਕ ਦੇ ਪਿਆਰ ਤੋਂ ਸ਼ਰਮਾਉਂਦੇ ਹਾਂ। ਜਿਹੜਾ ਸੱਚਾ ਇਸ਼ਕ ਹੈ,
ਸੱਚਾ ਪਿਆਰ ਹੈ, ਉਸ ਤੋਂ ਅਸੀਂ ਸਾਰੇ ਜੀਵ ਸ਼ਰਮਾਉਂਦੇ ਹਾਂ। ਪਰ ਜਿਸ ਮੰਜ਼ਿਲ 'ਤੇ ਇਸ਼ਕ ਪਹੁੰਚਾਵੇ, ਮਾਨੇ ਖਬਰ ਨਾ ਕੋਈ ਹੋ। ਹਜ਼ਰਤ ਬਹੁ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਸ ਮੰਜ਼ਿਲ 'ਤੇ ਤੈਨੂੰ ਇਸ਼ਕ ਨਾਲ ਉਸ ਰੱਬ ਦੇ ਨਾਮ ਨੇ ਪਹੁੰਚਾਉਣਾ ਹੈ, ਮਾਣ ਨੂੰ ਕੋਈ ਪਤਾ ਨਹੀਂ, ਨਾ ਮਾਣ ਉੱਥੇ ਜਾ ਸਕਦਾ ਹੈ। ਪਰ ਮੇਰਾ ਇਸ਼ਕ ਸਲਾਮਤ ਰੱਖੀ ਬਾਊ, ਮੈਂ ਮਾਨੋ ਦਿਆਂ ਦੁਆਈ ਹੋ, ਕਿ ਮੈਂ ਮਾਣ ਨਹੀਂ ਕਰਾਂਗਾ, ਮੇਰੇ ਇਸ਼ਕ ਨੂੰ ਸਲਾਮਤ ਰੱਖੀ, ਮੇਰੇ ਰੱਬ ਦਾ ਨਾਮ ਜਿਹੜਾ ਉਹਨੂੰ ਸਲਾਮਤ ਰੱਖੀ, ਮੈਂ ਮਾਣ ਨਹੀਂ ਕਰਾਂਗਾ। ਜਿਤਨੇ ਵੀ ਫਕੀਰ ਦੁਨੀਆ 'ਤੇ ਆਏ ਹੈ, ਉਹਨਾਂ ਸਭ ਤੋਂ ਪਹਿਲਾਂ ਬਿਮਾਰੀ ਦੀ ਅਸਲੀ ਜੜ ਜਿਹੜੀ ਹੈ ਉਸ ਨੂੰ ਫੜਿਆ ਹੈ। ਬਿਮਾਰੀ ਦੀ ਅਸਲੀ ਜੜ ਜਿਹੜੀ ਹੈ ਇਹ ਹੈ ਮਾਣ। ਔਰ ਜਿਸ ਨੇ ਵੀ ਕੀਤਾ ਉਹੀ ਬਰਬਾਦ ਹੋ ਗਿਆ। ਚਾਹੇ ਕੋਈ ਵੀ ਹੈ, ਚਾਹੇ ਗ੍ਰਸਤੀ ਹੈ, ਚਾਹੇ ਸਾਧੂ ਹੈ, ਕੋਈ ਜੋਗੀ ਜਗੀਸ਼ਰ ਹੈ, ਕੋਈ ਵੀ ਹੈਗਾ। ਕਈ ਵਾਰ ਅੱਗੇ ਵੀ ਦੱਸਿਆ, ਜਦੋਂ ਤ੍ਰੇਤਾ ਯੁੱਗ ਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਤ੍ਰੇਤਾ ਯੁੱਗ ਵਿੱਚ ਪੈਦਾ ਜਣੇ ਪ੍ਰਗਟ ਹੋਏ, ਤੋ ਰਾਵਣ ਦੀ ਔਰਤ ਨੇ ਨਾਮ ਲੈ ਲਿਆ ਉਹਨਾਂ ਪਾਸ। ਇੱਕ ਬਾਂਡੜਾ ਸੀ, ਉਸਨੇ ਨਾਮ ਲਿਆ, ਉਸਨੇ 10 ਉਸ ਨੂੰ ਪਾਈ, ਅਤੇ ਰਾਵਣ ਦੀ ਔਰਤ ਨੇ ਵੀ ਨਾਮ ਲੈ ਲਿਆ। ਜਦੋਂ ਦੇਖਿਆ ਕਿ ਇਹ ਮਹਾਂਪੁਰਖ ਨੇ, ਇਹ ਬੜੇ ਪ੍ਰੇਮੀ ਅਤੇ ਬੜੇ ਜਤ ਸਤ ਵਾਲੇ ਹੈ, ਬੜੇ ਪਹੁੰਚੇ ਹੋਏ ਹੈ, ਅਤੇ ਰਾਵਣ ਨੂੰ ਜਾ ਕੇ ਕਿਹਾ ਉਸਨੇ ਕਿ ਤੁਸੀਂ ਵੀ ਇਹਨਾਂ ਪਾਸੋਂ ਸਿੱਖਿਆ ਲੈ ਲਓ। ਇਹ ਮਹਾਂਪੁਰਖ ਬੜੇ ਪਹੁੰਚੇ ਹੋਏ ਹੈ, ਸ਼ਬਦ ਅਭਿਆਸੀ ਨੇ, ਤੁਸੀਂ ਵੀ ਇਹਨਾਂ ਪਾਸੋਂ ਨਾਮ ਲੈ ਲਓ। ਅਤੇ ਰਾਵਣ ਨੇ ਹੰਕਾਰ ਕੀਤਾ, ਇਤਨਾ ਮਾਣ ਕੀਤਾ ਹੈ ਰਾਵਣ ਨੇ ਕਿ ਮੈਂ ਤਾਂ ਇਸ ਨੂੰ ਤਲਵਾਰ ਨਾਲ ਕਤਲ ਕਰਨਾ ਹੈ, ਤੂੰ ਕਹਿਨੀ ਇਹ ਨਾਮ ਲੈ ਲਓ। 17 ਹਮਲੇ ਕਬੀਰ ਸਾਹਿਬ 'ਤੇ ਕੀਤੇ ਉਸਨੇ, ਔਰ ਕਬੀਰ ਸਾਹਿਬ ਦਾ ਇੱਕ ਬਾਲ ਨਹੀਂ ਕੱਟਿਆ ਗਿਆ। ਅਤੇ ਆਖਿਰ ਕਬੀਰ ਸਾਹਿਬ ਨੂੰ ਇਹ ਕਹਿਣਾ ਪਿਆ, ਜਾ ਰਾਵਣ, ਤੇਰੇ ਵਾਸਤੇ ਸ਼੍ਰੀ ਰਾਮ ਚੰਦਰ ਜੀ ਹੋਣਗੇ ਔਰ ਤੇਰੀ ਖੈ ਕਰਨਗੇ। ਕਹਿਣਾ ਪਿਆ ਉਹਨਾਂ ਨੂੰ ਮਜਬੂਰੀ ਕਿ ਤੇਰੇ ਵਾਸਤੇ ਵੱਡੇ ਏਡੇ ਹੰਕਾਰੀ ਵਾਸਤੇ ਸ਼੍ਰੀ ਰਾਮ ਚੰਦਰ ਜੀ ਪੈਦਾ ਹੋਣਗੇ ਔਰ ਉਹ ਤੇਰੀ ਖੈ ਕਰਨਗੇ। ਆਖਿਰ ਕੀ ਬਣਿਆ ਫਿਰ? ਰਾਵਣ ਨੂੰ ਇਤਨਾ ਮਾਣ ਸੀ ਕਿ ਲੰਕਾ ਦੇ ਆਸੇ ਪਾਸੇ ਸਮੁੰਦਰ ਸੀ, ਉਸ ਦੇ 4 ਦੀਵਾਰੀ ਸੀ। ਇਹ ਮਾਣ ਸੀ ਉਸ ਨੂੰ ਕਿ ਮੇਰੇ ਰਾਜ ਵਿੱਚ ਕੋਈ ਆ ਨਹੀਂ ਸਕਦਾ, ਕੋਈ ਸਮੁੰਦਰ ਨੂੰ ਟੱਪ ਨਹੀਂ ਸਕਦਾ, ਇਹ ਦੀਵਾਰ ਨੂੰ ਕੋਈ ਟੱਪ ਨਹੀਂ ਸਕਦਾ। ਪਰ ਉਹ ਸਮਾਂ ਆ ਗਿਆ, ਦੀਵਾਰ ਵੀ ਟੱਪੀ ਗਈ, ਸਮੁੰਦਰ ਵੀ ਟੱਪਿਆ ਗਿਆ, ਕੀ ਰਿਹਾ? ਸੋਨੇ ਦੀ ਲੰਕਾ ਵੀ ਜਲ ਗਈ। ਪਰ ਉਸ ਵਕਤ ਵੀ ਅਸੀਂ ਦੇਖਣਾ ਹੈ ਕਿ ਰਾਵਣ ਦੇ ਮਰਨ ਦਾ ਤਰੀਕਾ ਕੀ ਸੀ, ਕਿਉਂ ਮਰਿਆ? ਕਿਉਂਕਿ ਕਾਲ ਉਸਨੇ ਆਪਣੇ ਪਾਵੇ ਨਾਲ ਬੱਧਾ ਸੀ, ਮੌਤ ਉਹਦੇ ਹੱਥ ਵਿੱਚ ਸੀ, ਉਹ ਮਰਦਾ ਨਹੀਂ ਸੀ ਹੈਗਾ। ਅਤੇ ਕਿਸੇ ਨੇ ਉਹਦਾ ਭੇਤ ਦਿੱਤਾ, ਘਰ ਦੇ ਭੇਤ 'ਤੇ ਡੈਂਸਰ ਮਾਰਿਆ, ਭਰਾ ਨੇ ਭੇਤ ਦਿੱਤਾ। ਅਤੇ ਇਹ ਵੀ ਅਸੀਂ ਸੋਚਣਾ ਕਿ ਭਰਾ ਨੇ ਭਰਾ ਨੂੰ ਮਰਾਉਣ ਵਾਸਤੇ ਕਿਉਂ ਭੇਤ ਦਿੱਤਾ। ਜਿਹਨਾਂ ਜ਼ਮਾਨਿਆਂ ਨੂੰ ਅਸੀਂ ਕਹਿੰਦੇ ਜੀ ਜ਼ਮਾਨੇ ਬੜੇ ਅੱਛੇ ਸੀ, ਬੜੇ ਇਮਾਨਦਾਰ ਸਨ, ਬੜੇ ਇਨਸਾਫੀ ਸਨ, ਉਹਨਾਂ ਦੇ ਇਤਿਹਾਸ ਪੜ੍ਹੇ ਜਾਣ ਅੱਜ ਅਤੇ ਫਿਰ ਪਤਾ ਲੱਗਦਾ ਹੈ ਕਿ ਕਿਤਨੇ ਕੁ ਇਨਸਾਫ ਕੀਤੇ ਉਹਨਾਂ ਨੇ, ਕਿਤਨੇ ਕੁ ਇਮਾਨਦਾਰ ਸਨ। ਭਰਾ ਇੱਕ ਕੱਚੀ ਕੁੱਲੀ ਵਿੱਚ ਰਹਿੰਦਾ ਸੀ ਅਤੇ ਰਾਵਣ ਸੋਨੇ ਦੇ ਮਹੱਲਾਂ ਵਿੱਚ ਰਹਿੰਦਾ ਸੀ। ਇੱਕ ਭਰਾ ਕੱਚੇ ਮਕਾਨਾਂ 'ਚ ਕੁੱਲੀਆਂ 'ਚ ਰਵੇ, ਮਿੱਟੀ ਦੇ ਮਕਾਨ ਵਿੱਚ, ਅਤੇ ਭਰਾ ਸੋਨੇ ਦੇ ਮਕਾਨਾਂ 'ਚ ਰਵੇ, ਅਤੇ ਕੀ ਇਹ ਇਨਸਾਫ ਹੈ? ਫਿਰ ਉਸੇ ਨੇ ਕਿਹਾ ਸੀ ਕਿ ਇਹਨੇ ਨਹੀਂ ਮਰਨਾ,
ਇਹਦੀ ਨਾਭੀ 'ਚ ਤੀਰ ਮਾਰੋ, ਸਿਰਸ ਲਾ ਕੇ, ਤਾਂ ਰਾਵਣ ਮਰੇਗਾ, ਨਹੀਂ ਤਾਂ ਨਹੀਂ ਮਰਦਾ। ਫਿਰ ਰਾਵਣ ਮਰਿਆ ਸੀ। ਮਾਣ ਕੀਤਾ। ਅਸੀਂ ਇਸ ਚੀਜ਼ ਨੂੰ ਸੋਚਣਾ ਹੈ ਕਿ ਜਿਸ ਚੀਜ਼ ਵਾਸਤੇ ਸੰਤ ਸਾਨੂੰ ਸਮਝਾਉਂਦੇ ਹੈ ਕਿ ਅਸੀਂ ਇਸ ਚੀਜ਼ 'ਤੇ ਕਾਬੂ ਕਰਨਾ ਹੈ, ਆਸਤੇ 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 ਸਹਿਜੇ ਸਹਿਜੇ ਸਾਡੇ ਵਿੱਚੋਂ ਇਹ ਚੀਜ਼ ਨਿਕਲਣਾ ਸ਼ੁਰੂ ਹੋ ਜਾਏ ਕਿ ਅਸੀਂ ਮਾਣ ਕਰੀਏ ਅਤੇ ਇੱਕ ਉਸ ਮਾਲਕ ਦਾ ਕਰੀਏ ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਹੈ, ਤੇਰੇ ਉੱਤੇ ਬਹੁ ਮਾਨੀਆ ਹੈ ਪ੍ਰਭੂ, ਹੈ ਮੇਰੇ ਮਾਲਕ, ਮੈਨੂੰ ਤੇਰੇ 'ਤੇ ਮਾਣ ਹੈ, ਮੈਨੂੰ ਹੋਰ ਕਿਸੇ 'ਤੇ ਮਾਣ ਨਹੀਂ। ਅਸੀਂ ਮਾਣ ਕਰੀਏ ਤਾਂ ਉਸ ਮਾਲਕ 'ਤੇ ਮਾਣ ਕਰੀਏ। ਜਿਹੜੇ ਨਾ ਮਾਣ ਚੀਜ਼ਾਂ 'ਤੇ ਅਸੀਂ ਮਾਣ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਾਸ ਰਹਿਣਾ ਹੀ ਨਹੀਂ, ਨਾ ਕਿਸੇ ਪਾਸ ਰਹੀਆਂ ਨੇ। ਬੜੇ ਬੜੇ ਦੁਨੀਆ 'ਤੇ ਰਾਜੇ ਮਹਾਰਾਜੇ ਹੋ ਗਏ, ਬੜੇ ਬੜੇ ਅਵਤਾਰ ਦੁਨੀਆ 'ਤੇ ਹੋਏ ਹੈ, ਲੇਕਿਨ ਕੋਈ ਦੇ ਆਏਗਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਐ ਮਨ, ਤੂੰ ਮਾਣ ਕਿਸ ਚੀਜ਼ ਦਾ ਕਰਦਾ ਹੈ? ਤੂੰ ਪਿੱਛੇ ਧਿਆਨ ਮਾਰ, ਤੇਰੇ ਤੋਂ ਪਿੱਛੇ ਕਈ ਲੋਕ ਆਏ, ਕਈ ਗਏ, ਬੜੇ ਬੜੇ ਦੁਨੀਆ 'ਤੇ ਆਏ ਹੈ ਔਰ ਦੁਨੀਆ ਤੋਂ ਚਲਾ ਗਿਆ। ਇਸ ਮਾਣ ਨੇ ਹੀ ਖਰਾਬ ਕੀਤਾ ਸਾਰਿਆਂ ਨੂੰ। ਮਨ ਨੇ ਬਰਬਾਦੀਆਂ ਕੀਤੀਆਂ ਨੇ ਹਰ ਇੱਕ ਦੀਆਂ। ਬੜੇ ਬੜੇ ਯੋਧੇ, ਬੜੇ ਬੜੇ ਹੰਕਾਰੀ ਹੋਏ ਹੈ, ਲੇਕਿਨ ਮਾਣ ਜਦੋਂ ਆਇਆ ਖਤਮ ਹੋ ਗਏ। ਹਜ਼ੂਰ ਦੇ ਵਕਤ ਇੱਕ ਰਾਜਿਆਂ ਦੀ ਲੜਾਈ ਲੱਗੀ ਸੀ। ਅਖਬਾਰ 12 ਕੁ ਵਜੇ ਅਖਬਾਰ ਪੜ੍ਹਦੇ ਸੀ ਅਤੇ ਇੱਕ ਰਾਜੇ ਨੇ ਕਿਹਾ ਪਾਤਸ਼ਾਹ ਨੇ ਕਿ ਹੇ ਖੁਦਾ, ਤੂੰ ਨਾ ਮੇਰੀ ਮਦਦ ਕਰ ਨਾ ਉਹਦੀ ਮਦਦ ਕਰ। ਅਖਬਾਰ 'ਤੇ ਲਿਖਿਆ ਸੀ, ਹੇ ਖੁਦਾ, ਤੂੰ ਨਾ ਉਹਦੀ ਮਦਦ ਕਰ ਨਾ ਮੇਰੀ ਮਦਦ ਕਰ, ਮੇਰਾ ਤਮਾਸ਼ਾ ਦੇਖ ਮੈਂ ਕੀ ਕਰਦਾ। ਅਤੇ ਉਸ ਵੇਲੇ ਹਜ਼ੂਰ 12 ਵਜੇ ਦਾ ਟਾਈਮ ਸੀ, ਕੁਰਸੀ 'ਤੇ ਬੈਠੇ ਸਨ, ਬਾਹਰ ਦਰਸ਼ਨ ਦੇ ਰਹੇ ਸੀ ਸੰਗਤ ਨੂੰ, ਅਤੇ ਕਹਿਣ ਲੱਗੇ ਬਸ ਹੁਣ ਇਹ ਗਿਆ ਜੇ। ਹੁਣ ਇਹ ਖੁਦਾ ਨੂੰ ਵੀ ਨਹੀਂ ਮੰਨਦਾ। ਇਹ ਖੁਦਾ, ਤੂੰ ਨਾ ਮੇਰੀ ਮਦਦ ਕਰ ਨਾ ਉਹਦੀ ਮਦਦ ਕਰ, ਅਤੇ ਮੇਰਾ ਤਮਾਸ਼ਾ ਦੇਖ ਮੈਂ ਕੀ ਕਰਦਾ। 2-4 ਦਿਨ ਦੇ ਵਿੱਚ ਹੀ ਉਹ ਖਤਮ ਹੋ ਗਿਆ, ਅਖਬਾਰਾਂ 'ਚ ਆ ਗਿਆ ਕਿ ਹਾਰ ਗਿਆ। ਹਜ਼ੂਰ ਕਹਿਣ ਲੱਗੇ ਹੁਣ ਗਿਆ, ਜੇ ਹੰਕਾਰਿਆ ਸੋ ਮਾਰਿਆ। ਜਿਸ ਨੇ ਵੀ ਹੰਕਾਰ ਕੀਤਾ ਉਹ ਮਾਰਿਆ ਗਿਆ, ਚਾਹੇ ਕੋਈ ਰਾਜਾ ਮਹਾਰਾਜਾ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਸਾਧੂ ਹੈ, ਚਾਹੇ ਜੋਗੀ ਹੈ, ਜਗੀਸ਼ਰ ਹੈ, ਕੋਈ ਵੀ ਹੈ। ਹਾਂਜੀ। ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋ ਤੇਰਾ ਖਾਕ ਮਿਲੇਗਾ, 84 ਜਾ ਪੜਨਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਇਹ ਸਰੀਰ ਜਿਹੜਾ ਤੇਰਾ, ਜੇ ਤੂੰ ਇਹਦਾ ਵੀ ਮਾਣ ਕਰਦਾ ਹੈ ਤਾਂ ਇਹ ਵੀ ਗਲਤ ਹੈ। ਇਹ ਕੁਛ ਵੀ ਨਹੀਂ, ਮਿੱਟੀ ਹੈ। ਇਹ ਸਰੀਰ ਤੇਰਾ ਇੱਕ ਦਿਨ ਮਿੱਟੀ 'ਚ ਮਿਲ ਜਾਣਾ ਹੈ ਔਰ ਤੇਰੀ ਰੂਹ ਆਤਮਾ ਜਿਹੜੀ ਹੈ ਉਹ 84 ਚਲਾ ਜਾਣੀ। ਤੂੰ ਕਿਸ ਚੀਜ਼ ਦਾ ਮਾਣ ਕਰਦਾ ਹੈ? ਨਾ ਇਹ ਸਰੀਰ ਕਿਸੇ ਨਾਲ ਗਿਆ, ਨਾ ਕਿਸੇ ਨਾਲ ਇਹਨੇ ਜਾਣਾ ਹੈ। ਇੱਥੋਂ ਬਣਿਆ, ਇੱਥੇ ਹੀ ਇਸ ਨੇ ਖਤਮ ਹੋਣਾ ਹੈ। ਇਸੇ ਮਿੱਟੀ ਨਾਲ ਪੈਦਾ ਹੋਇਆ, ਮਿੱਟੀ 'ਚ ਹੀ ਇਹਨੇ ਰਲ ਜਾਣਾ ਹੈ। ਇਸੇ ਵਾਸਤੇ ਕਿਸੇ ਲੁਹਾਰ ਨੇ ਕਿਹਾ, ਲੁਹਾਰ ਨੂੰ ਲੱਕੜੀ ਨੇ ਕਿਹਾ, ਹੇ ਲੁਹਾਰ, ਤੂੰ ਜਲਾ ਕੇ ਮੇਰੇ ਕੋਲੇ ਬਣਾਉਂਦਾ ਹੈ, ਪਰ ਜਿਹੜਾ ਮੇਰਾ ਟਾਈਮ ਜਦੋਂ ਆਉਣਾ ਹੈ ਨਾ, ਮੈਂ ਵੀ ਤੇਰੇ ਕੋਲੇ ਬਣਾ ਦੇਣੇ ਹੈ। ਤੂੰ ਮੈਨੂੰ ਜਲਾ ਕੇ ਮੇਰੇ ਕੋਲੇ ਬਣਾ ਦਿੰਦਾ ਹੈ, ਪਰ ਜਦੋਂ ਮੇਰਾ ਟਾਈਮ ਆਇਆ ਮੈਂ ਵੀ ਤੇਰੇ ਕੋਲੇ ਬਣਾ ਦਿਆਂਗਾ।
ਭਾਂਡੇ ਕਰਨ ਵਾਲੇ ਘੁਮਿਆਰ ਨੂੰ ਕਿਹਾ ਕਿ ਮਿੱਟੀ ਨੇ ਕਿਹਾ ਕਿ ਤੂੰ ਮੈਨੂੰ ਬੜਾ ਮਾਰਦਾ ਹੈ, ਬੜਾ ਗਾਉਂਦਾ ਹੈ, ਪਰ ਜਦੋਂ ਮੇਰਾ ਟਾਈਮ ਆਇਆ ਮੈਂ ਵੀ ਤੈਨੂੰ ਆਪਣੇ ਨਾਲ ਹੀ ਮੇਲ ਲੈਣਾ ਹੈਗਾ, ਤੇਰੀ ਮਿੱਟੀ ਬਣਾ ਦੇਣੀ ਹੈ। ਤੂੰ ਵੀ ਨਾ ਸੋਚਿਆ ਕਿ ਮੈਂ ਕਾਇਮ ਰਹਿਣਾ ਹੈਗਾ। ਹਰ ਚੀਜ਼ ਜਿਹੜੀ ਹੈ ਅਸੀਂ ਕਿਸ ਚੀਜ਼ ਦਾ ਮਾਣ ਕਰਨਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਸਰੀਰ ਜਿਹੜਾ ਹੈ ਅਸੀਂ ਅੱਛੇ ਖਾਣੇ ਖਵਾਏ, ਅੱਛੇ ਇਸ ਨੂੰ ਸਭ ਕੁਝ ਦਿੱਤਾ, ਪਾਲਿਆ, ਚੰਗੇ ਕੱਪੜੇ ਪਵਾਏ, ਪਾਟ ਗਏ, ਖਾਣਾ ਖਾਧਾ, ਮੈਲਾ ਬਣ ਗਿਆ। ਜਿਸ ਚੀਜ਼ ਦਾ ਸਾਨੂੰ ਫਰਕ ਪੈਣਾ ਸੀ ਉਹ ਨਹੀਂ ਪਿਆ। ਇਹਦੇ ਪਾਲਣ ਪੋਸ਼ਣ ਦੇ ਵਿੱਚ ਸਾਨੂੰ ਸਾਡੇ ਮਨ ਨੂੰ ਤਾਕਤ ਮਿਲਦੀ ਰਹੀ। ਜਿਸ ਚੀਜ਼ ਨੂੰ ਅਸੀਂ ਸਾਂਭਣਾ ਸੀ, ਜਿਸ ਚੀਜ਼ ਦਾ ਫਰਕ ਪੈਣਾ ਸੀ ਉਹਦਾ ਨਹੀਂ ਪਿਆ। ਕੀ ਸਾਡੇ ਵਿੱਚ ਕੋਈ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦਾ ਫਰਕ ਪਿਆ? ਕੱਪੜਾ ਪਾਇਆ, ਚੰਗਾ ਪਾ ਲਿਆ, ਮਾੜਾ ਪਾ ਲਿਆ, ਪਾਟ ਗਿਆ, ਖਤਮ ਹੋ ਗਿਆ। ਖਾਣਾ ਚੰਗਾ ਖਾ ਲਿਆ, ਕਿਸੇ ਨੇ ਸੁੱਕੀ ਖਾ ਲਈ, ਕਿਸੇ ਨੇ ਗਿੱਲੀ ਖਾ ਲਈ, ਮੈਲਾ ਬਣ ਗਿਆ। ਔਰ ਕਈ ਕੰਮ, ਕਈ ਖੁਰਾਕਾਂ ਖਾਧੀਆਂ, ਕੀ ਬਣਿਆ? ਜਿਸ ਚੀਜ਼ ਨੂੰ ਅਸੀਂ ਪਾਬੰਦ ਕਰਨਾ ਸੀ, ਜਿਹਦੇ ਵਿੱਚ ਫਰਕ ਪਾਉਣਾ ਸੀ, ਜਿਹੜੀ ਖੁਰਾਕ ਖਾ ਕੇ ਉਹਦੇ 'ਚ ਕੋਈ ਫਰਕ ਨਹੀਂ ਪਿਆ। ਉਸ ਵਾਸਤੇ ਫਰੀਕ ਜਿਹੜੀ ਖੁਰਾਕ ਫਕੀਰ ਖਾਂਦੇ ਹੈ, ਉਹ ਖਾਂਦੇ ਹੈ ਸ਼ਬਦ ਦੀ ਕਮਾਈ, ਸ਼ਬਦ ਦੀ ਲਜ਼ਤ ਲੈਂਦੇ ਹੈ। ਉਹਨਾਂ ਦੀ ਖੁਰਾਕ ਹੈ ਸ਼ਬਦ। ਉਹ ਸ਼ਬਦ ਦਾ ਰਸ ਲੈਂਦੇ ਹੈ, ਸਵਾਦ ਲੈਂਦੇ ਹੈ। ਉਹਦੇ ਨਾਲ ਸਾਡੇ ਇਹ ਦੁਸ਼ਮਣ ਜਿਹੜੇ ਅੰਦਰ ਨੇ, ਇਹਨਾਂ 'ਚ ਫਰਕ ਪਏਗਾ। ਵਿਖਿਆ ਸੇ ਅੰਮ੍ਰਿਤ ਪਿਆ, ਜਬ ਰਾਮ ਨਾਮ ਲਿਵ ਲੱਗੀ। ਜਦੋਂ ਰਾਮ ਨਾਮ ਦੇ ਨਾਲ ਲਿਵ ਲੱਗੀ ਸਾਡੀ, ਉਸ ਮਾਲਕ ਵੱਲ ਸਾਡਾ ਧਿਆਨ ਹੋਇਆ ਅਤੇ ਸਾਡੇ ਅੰਦਰ ਜਿਹੜੀ ਵਿਖਿਆ ਸੀ ਬਦਲ ਗਈ, ਅੰਮ੍ਰਿਤ ਬਣ ਗਿਆ। ਜਿਸ ਤਰ੍ਹਾਂ ਮਿਸਾਲ ਦੇ ਤੌਰ ਕੋਈ ਭੈੜਾ ਬੰਦਾ ਹੈ, ਉਹ ਅੱਛੇ ਬੰਦੇ ਦੀ ਸੰਗਤ ਕਰਦਾ ਹੈ ਅਤੇ ਆਸਤੇ ਆਸਤੇ ਉਹਦੀਆਂ ਆਦਤਾਂ ਜਿਹੜੀਆਂ ਨੇ ਉਹ ਬਦਲਦੀਆਂ ਜਾਂਦੀਆਂ ਨੇ ਅਤੇ ਇੱਕ ਦਿਨ ਉਹ ਬਹੁਤ ਅੱਛਾ ਬਣ ਜਾਂਦਾ ਹੈ ਔਰ ਉਸੇ ਦੀ ਤਾਰੀਫ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਜਿਸ ਚੀਜ਼ ਨੂੰ ਅਸੀਂ ਆਪਣੇ ਪਾਬੰਦ ਕਰਨਾ, ਉਹ ਸਾਡੀ ਚੀਜ਼ ਵੱਧਦੀ ਗਈ। ਸਾਡੇ ਅੰਦਰ ਮਾਣ ਤਰਾਣ ਵੱਧਦਾ ਗਿਆ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਵੱਧਦੇ ਗਏ, ਜਿਨ੍ਹਾਂ 'ਤੇ ਅਸੀਂ ਕਾਬੂ ਪਾਉਣਾ ਸੀ। ਉਹਨਾਂ 'ਤੇ ਕਾਬੂ ਅਸੀਂ ਤਦ ਹੀ ਪਾ ਸਕਦੇ ਹਾਂ ਜੇ ਨਾਮ ਜਪੀਏ, ਈਸ਼ਵਰ ਦੀ ਭਗਤੀ ਕਰੀਏ। ਆਸਤੇ 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 ਸਹਿਜੇ ਸਹਿਜ ਪੱਕੇ ਸੋ ਮਿੱਠਾ, ਸਹਿਜੇ ਸਹਿਜੇ ਉਹ ਤਾਕਤ ਜਿਹੜੀ ਹੈ ਅੰਦਰ ਬਣਦੀ ਜਾਂਦੀ ਹੈ ਔਰ ਜਿਹੜੀ ਦੂਸਰੀ ਤਾਕਤ ਹੈ ਉਹ ਘਟਦੀ ਜਾਂਦੀ ਹੈ। ਹਾਂਜੀ। ਤਨ ਤੇਰਾ ਖਾਕ ਮਿਲੇਗਾ, 84 ਜਾ ਪੜਨਾ। ਭਾਵੇਂ ਕੋਈ ਰਾਜਾ ਹੈ, ਕੋਈ ਸ਼ਾਹੂਕਾਰ ਹੈ, ਅਰਬਾਂਪਤੀ ਹੈ, ਜਿਹੜਾ ਜੇਲ੍ਹ ਵਿੱਚ ਚਲਾ ਗਿਆ, 84 'ਚ ਚਲਾ ਗਿਆ, ਉਹ ਚਲਾ ਗਿਆ। ਉੱਥੇ ਲਿਹਾਜ਼ ਤਾਂ ਕਿਸੇ ਦਾ ਨਹੀਂ ਹੋਣਾ ਵੀ। ਭਾਵੇਂ ਕੋਈ ਪਾਤਸ਼ਾਹ ਹੈ, ਕੋਈ ਸ਼ਾਹੂਕਾਰ ਹੈ, ਕੋਈ ਜੋਗੀ ਜਗੀਸ਼ਰ ਹੈ, ਕਰਮ ਕੀਤਾ ਹੈ, ਜਦੋਂ ਉਹ 84 ਜੇਲ੍ਹ ਖਾਨੇ 'ਚ ਚਲਾ ਗਿਆ ਤਾਂ ਚਲਾ ਗਿਆ, ਸਜ਼ਾ ਤਾਂ ਉਹਨੂੰ ਮਿਲਣੀ ਹੈ। ਉਹ ਕੀ ਕਹੇਗਾ ਕਿ ਮੈਂ ਰਾਜਾ ਸੀ? ਰਾਜਾ ਹੋਏਗਾ ਤਾਂ ਉੱਥੇ ਹੋਏਗਾ, ਇੱਥੇ ਥੋੜ੍ਹਾ ਰਾਜਾ। ਇੱਥੇ ਕਰਮਾਂ 'ਤੇ ਹੋਣ ਨਿਬੇੜੇ, ਯਾਦ ਕਿਸੇ ਪੁੱਛਣੀ ਨਹੀਂ। ਹੈ ਪੁਰਸ਼, ਤੇਰੇ ਕਰਮਾਂ 'ਤੇ ਨਿਬੇੜੇ ਹੋਣੇ ਹੈ ਅਤੇ ਯਾਦ ਨਹੀਂ ਕਿਸੇ ਪੁੱਛਣੀ ਵੀ ਤੂੰ ਕੌਣ ਹੈ ਅਤੇ ਕੌਣ ਨਹੀਂ ਹੈਗਾ। ਨਾ ਪਰਮਾਤਮਾ ਨੇ ਕਿਸੇ ਦੀ ਯਾਦ ਬਣਾਈ ਹੈ। ਉਸਨੇ ਇੱਕ ਬੰਦਾ ਪੈਦਾ ਕੀਤਾ ਹੈ, ਦੁਨੀਆ 'ਚ ਇੱਕ ਬੰਦਾ ਭੇਜਿਆ ਹੈ, ਕੋਈ ਮੋਹਰ ਨਹੀਂ ਲਾਈ ਕਿਸੇ ਨੂੰ, ਕੋਈ ਨੰਬਰ ਨਹੀਂ ਕਿਸੇ ਦਾ ਕਿ ਤੂੰ ਕੌਣ ਹੈਗਾ। ਇਸ ਵਾਸਤੇ ਸੰਤਾਂ ਦੀ ਬਾਣੀ ਜਿਹੜੀ ਉਹ ਸਾਂਝੀ ਹੈ, ਸਾਰਿਆਂ ਦਾ ਹੀ ਸੰਤ ਪਿਆਰ ਕਰਦੇ ਆ ਸਾਰਿਆਂ ਦੇ ਨਾਲ, ਚਾਹੇ ਕੋਈ ਆਪਣੇ ਆਪ 'ਚ ਹਿੰਦੂ, ਮੁਸਲਮਾਨ, ਚਾਹੇ ਗਰੀਬ ਅਮੀਰ,
ਕੋਈ ਵੀ ਕੌਮ ਮਜ਼ਹਬ ਹੈ ਤਾਂ ਸੰਤ ਉਹਨਾਂ ਨਾਲ ਸਾਰਿਆਂ ਨਾਲ ਇੱਕ ਬੰਦਾ ਸਮਝ ਕੇ, ਈਸ਼ਵਰ ਦੀ ਤਾਕਤ ਸਮਝ ਕੇ ਉਹ ਪਿਆਰ ਕਰਦੇ ਆ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, कबीर खड़ा बाजार में सबकी मांगे खैर, ना काहे से दोस्ती ना काहे से बैर। हाल ही कबीर साहब ਨੂੰ ਸਿਕੰਦਰ ਲੋਧੀ ਦੇ ਵਕਤ ਗੰਗਾ 'ਚ ਰੋੜਿਆ ਬੰਨ੍ਹ ਕੇ, ਦੇਗਾਂ 'ਚ ਬਾਲਿਆ, ਹਾਥੀ ਦੇ ਅੱਗੇ ਸੁੱਟਿਆ ਬੰਨ੍ਹ ਕੇ, ਇੱਕ ਚਿਖਾ ਦੇ ਵਿੱਚ ਜਲਾਇਆ ਗਿਆ। ਇੰਨੇ ਦੁੱਖ ਦਿੱਤੇ, ਪਰਮਾਤਮਾ ਨੇ ਉਹਨਾਂ ਦੀ ਸਹਾਇਤਾ ਕੀਤੀ। ਉਹਨਾਂ ਫਿਰ ਵੀ ਨਹੀਂ ਉਸ ਨੂੰ ਕਿਹਾ ਕੁਛ ਵੀ, ਫਿਰ ਵੀ ਕਿਹਾ ਕਿ ਅਸੀਂ ਸਾਰਿਆਂ ਦੀ ਖੈਰ ਮੰਗਦੇ ਹਾਂ, ਸਾਰਿਆਂ ਦਾ ਅਸੀਂ ਭਲਾ ਮੰਗਦੇ ਹਾਂ। ਕੁੜੀਏ ਤੂੰ ਇੱਦਾਂ ਨਾ ਕਰ, ਤੂੰ ਉੱਥੇ ਖੜੀ, ਉੱਧਰ ਚਲੇ, ਤੁਰਦੀ ਫਿਰਦੀ ਰਿਹਾ ਕਰ, ਖੜੋਣਾ ਨਹੀਂ ਅਤੇ ਕਿਸੇ ਨੂੰ ਕੁਝ ਨਹੀਂ ਕਹਿਣਾ, ਰਹਿਣ ਦਿਓ ਜਿੱਥੇ ਜਿੱਥੇ ਕੋਈ ਹੈ, ਤੁਰਦੇ ਫਿਰਦੇ ਰਹੋ, ਇੱਕ ਜਗ੍ਹਾ ਖੜੋਣਾ ਨਹੀਂ। ਕਿਸੇ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ, ਉਹਨਾਂ ਸਾਰਿਆਂ ਦਾ ਭਲਾ ਮੰਗਿਆ ਕਿ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਅਸੀਂ ਸਾਰਿਆਂ ਦੀ ਖੈਰ ਮੰਗਦੇ ਹਾਂ। ਹਾਂਜੀ। दीन गरीबी चित में तारना, काम क्रोध से बचना। स्वामी जी सानू बड़े प्यार दे नाल समझा रहे है, ਜਿਹੜੀਆਂ ਤਾਕਤਾਂ ਸਾਡੇ ਅੰਦਰ ਨੇ ਉਹਦੇ ਬਾਰੇ ਸਮਝਾ ਰਹੇ ਹੈ ਕਿ ਤੂੰ ਦੀਨਤਾ ਔਰ ਗਰੀਬੀ ਵਿੱਚ ਰਹਿਣਾ। ਕਿਸੇ ਨੇ ਆਪਣੀ ਮਾਂ ਨੂੰ ਕਿਹਾ, ਕਿਸੇ ਲੜਕੇ ਨੇ, ਮਾਤਾ ਜਦੋਂ ਮੈਂ ਗਰੀਬਾਂ ਦੇ ਮਹੱਲੇ ਜਾਣਾ ਮੇਰੇ 'ਚ ਕ੍ਰੋਧ ਬਲ ਬਲ ਕੇ ਨਿਕਲਦਾ। ਅਤੇ ਪੁੱਛਿਆ ਉਹਨੇ, ਜਦੋਂ ਸ਼ਰੀਕਾਂ ਦੇ ਜਾਣਾ ਉਦੋਂ ਨਹੀਂ ਪਤਾ ਲੱਗਦਾ ਕਿੱਧਰ ਜਾਂਦਾ, ਅੱਗੇ ਜੁੱਤੀ ਖੜਕਦੀ ਹੈ ਨਾ। ਇਸ ਵਾਸਤੇ ਸੰਤ ਕਹਿੰਦੇ ਹੈ ਕਿ ਤੂੰ ਦੀਨਤਾ ਔਰ ਗਰੀਬੀ ਧਾਰ ਆਪਣੇ ਅੰਦਰ, ਤੂੰ ਆਪਣੇ ਤੋਂ ਸਾਰਿਆਂ ਨੂੰ ਬੜਾ ਸਮਝ, ਤਦ ਇਹ ਤੇਰੇ ਦੁਸ਼ਮਣ ਤੇਰੇ ਕਾਬੂ ਆਉਣਗੇ। ਆਪਣੇ ਤੂੰ ਸਭ ਤੋਂ ਬੜੇ ਸਮਝ ਤੋਂ ਦੀਨ ਗਰੀਬੀ ਧਾਰ। ਜਦ ਤੂੰ ਆਪਣੇ ਆਪ ਨੂੰ ਗਰੀਬ ਸਮਝੇਗਾ, ਮਾੜਾ ਸਮਝੇਗਾ, ਫਿਰ ਤੂੰ ਕਿਸੇ 'ਤੇ ਹਮਲਾ ਨਹੀਂ ਕਰੇਗਾ। ਹਮਲਾ ਉਸ ਵਕਤ ਬੰਦਾ ਕਰਦਾ ਹੈ ਦੂਸਰੇ 'ਤੇ ਜਦੋਂ ਆਪਣੇ ਆਪ ਨੂੰ ਤਗੜਾ ਸਮਝਦਾ ਹੈ ਔਰ ਦੂਸਰੇ ਨੂੰ ਕਮਜ਼ੋਰ ਸਮਝਦਾ ਹੈ। ਪਰ ਸੰਤ ਕੀ ਕਹਿੰਦੇ ਹੈ ਕਿ ਤੂੰ ਦੀਨਤਾ ਵਿੱਚ ਰਹੋ, ਗਰੀਬੀ ਵਿੱਚ ਰਹੋ। ਔਰ ਬੜੇ ਬੜੇ ਫਕੀਰ ਦੁਨੀਆ 'ਤੇ ਜਿਹੜੇ ਆਏ ਹੈ, ਜਿਨ੍ਹਾਂ ਨੂੰ ਅਸੀਂ ਰੱਬ ਰੂਹ ਸਮਝਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਣੀ 'ਚ ਫਰਮਾਇਆ ਹੈ, ਨਾਨਕ ਗਰੀਬ ਟਹਿ ਪਿਆ ਦਵਾਰੇ, ਹਰ ਮੇਲ ਲਿਓ ਵਡਿਆਈ। ਚੌਥੀ ਪਾਤਸ਼ਾਹੀ ਗੁਰੂ ਸਾਹਿਬ ਨੇ ਕਿਹਾ, ਦਾਸਾਂ ਦੇ ਦਾਸ ਹੈ ਮੇਰੇ ਮਾਲਕ, ਮੈਨੂੰ ਦਾਸਾਂ ਦੇ ਦਾਸ ਬਣਾ। ਉਹਨਾਂ ਮਾਣ ਨਹੀਂ ਕੀਤਾ, ਕਿਸੇ ਵੀ ਫਕੀਰ ਨੇ ਮਾਣ ਨਹੀਂ ਕੀਤਾ। ਕੋਈ ਵੀ ਦੁਨੀਆ 'ਤੇ ਆਇਆ ਜਿਹੜਾ ਸ਼ਬਦ ਵਿਆਸੀ ਮਹਾਂਪੁਰਖ ਹੈ ਉਹ ਨਹੀਂ ਕਰੇਗਾ ਮਾਣ। ਹਾਂ, ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਆ ਉਹ ਮਾਣ ਕਰਦੇ, ਰਿੱਧੀਆਂ ਸਿੱਧੀਆਂ ਜਿਹੜਾ ਹਾਸਲ ਕਰ ਲਈਆਂ ਉਹ ਮਾਣ ਕਰਦੇ ਆ, ਕਿਸੇ ਨੂੰ ਕੁਝ ਕਰ ਦੇਣਾ, ਕਿਸੇ ਨੂੰ ਕੁਝ ਕਰ ਦੇਣਾ। ਪਰ ਆਖਰ ਸਮਾਂ ਉਹਨਾਂ ਦਾ ਬਹੁਤ ਭੈੜਾ ਆਉਂਦਾ ਹੈ, ਆਖਰ ਉਹਨਾਂ ਨੂੰ ਭੁਗਤਣਾ ਪੈਂਦਾ। ਹਾਂਜੀ। दीन गरीबी चित में तारना, काम क्रोध से बचना। ਇਹਨਾਂ ਸ਼ਕਤੀਆਂ ਤੋਂ ਬਚਣ ਵਾਸਤੇ ਦੀਨਤਾ ਔਰ ਗਰੀਬੀ ਦੀ ਜ਼ਰੂਰਤ ਹੈ, ਤਦ ਹੀ ਜੀਵ ਬਚ ਸਕਦਾ ਹੈ, ਨਹੀਂ ਤਾਂ ਨਹੀਂ ਬਚ ਸਕਦਾ। ਔਰ ਜਿਨ੍ਹਾਂ ਦੇ ਵਿੱਚ ਇਹ ਤਾਕਤਾਂ ਆ ਜਾਂਦੀਆਂ ਉਹ ਦੇਖੋ ਕੋਈ ਬਚਦਾ ਹੈ। ਲੜਾਈਆਂ ਝਗੜੇ ਹਰ ਇੱਕ ਦੇ, ਇੱਕ ਦੂਸਰੇ ਨੂੰ ਮਾਰ ਕੁੱਟ ਹੋ ਰਹੀ ਹੈ, ਕਤਲੋ ਆਮ ਹੋ ਰਿਹਾ ਹੈ। ਕੀ ਹੋ ਰਿਹਾ ਹੈਗਾ? ਜੇ ਆਪਣੇ ਆਪ ਨੂੰ ਹੀ ਕਮਜ਼ੋਰ ਸਮਝੇ, ਮਾੜਾ ਸਮਝੇ,
ਤੇ ਦੂਸਰੇ 'ਤੇ ਹਮਲਾ ਨਾ ਕਰੇ। ਕੀ ਦੁਨੀਆ ਦੇ ਵਿੱਚ ਹੋ ਰਿਹਾ? ਕੋਈ ਸ਼ਾਂਤੀ ਹੈ? ਪਿਛਲੇ ਯੁੱਗਾਂ ਦੇ ਤੁਸੀਂ ਇਤਿਹਾਸ ਪੜ੍ਹੋ, ਕੀ ਕੋਈ ਸ਼ਾਂਤੀ ਹੈ? ਜਦੋਂ ਜਰਾਸੰਧ ਪੈਦਾ ਹੋਇਆ, ਜਰਾਸੰਧ ਦੇ ਨਾਲ ਉਹ ਵੀ ਇੱਕ ਰਾਜਾ ਸੀ, ਉਹਦੇ 'ਚ ਵੀ ਬੜੀ ਤਾਕਤ, ਉਹਦੇ 2 ਦੇਹ ਜਿਹੜੇ ਸੀ ਜੁੜੇ ਸਨ। ਉਹ ਕਿਸੇ ਕੋਲੋਂ ਮਰਦਾ ਨਹੀਂ ਸੀ, ਉਹ ਕਿਸੇ ਕੋਲੋਂ ਨਹੀਂ ਸੀ ਮਰਦਾ। ਅਤੇ ਪਾਂਡਵਾਂ ਦੇ ਭੀਮ ਸੈਨ ਜਿਹੜਾ ਸੀ ਇਹਨਾਂ ਵਿੱਚ ਬਲ ਵਾਲਾ ਸੀ। ਕ੍ਰਿਸ਼ਨ ਭਗਵਾਨ ਨੇ ਉਹਨੂੰ ਮਾਰਨ ਵਾਸਤੇ ਜਰਾਸੰਧ ਨੂੰ, ਭੀਮ ਸੈਨ ਨੂੰ ਉਹਦੇ ਨਾਲ ਘੁਲਣ ਡਾ ਦਿੱਤਾ। ਪਰ ਜਰਾਸੰਧ ਜਿਹੜਾ ਉਹ ਤਕੜਾ ਸੀ, ਮਰਦਾ ਨਹੀਂ ਸੀ। ਉੱਥੇ ਉਹ ਲਿਖਦਾ ਹੈ ਕਿ ਕ੍ਰਿਸ਼ਨ ਬਜਾਏ ਢੋਲਕੀ ਬਹੁਤ ਸੱਜੇ ਖੱਬੇ, ਜਰਾਸੰਧ ਤੇ ਭੀਮ ਸੈਨ ਦੋਏ ਘੁਲਣੇ ਲੱਗੇ। ਉਹ ਮਿਲ ਮਿਲ ਗੋਡੇ ਮਾਰਦਾ, ਕਸਰਾਂ ਸਾਰੀਆਂ ਕੱਢੇ, ਅੱਗੋਂ ਭੀਮ ਨੱਸਿਆ ਕੋ ਜਾਂਦਾ 90। ਲਿਖਣ ਵਾਲਾ ਲਿਖਦਾ ਹੈ ਕਿ ਅੱਗੋਂ ਭੀਮ ਨੱਸਿਆ ਉਹਦੇ ਕੋਲੋਂ, ਅਤੇ 90 ਕੋਲੋਂ ਚਲਾ ਗਿਆ ਦੌੜਦਾ, ਡਰਦਾ ਹੀ ਚਲਾ ਗਿਆ। ਉੱਥੇ ਅੱਗੇ ਕ੍ਰਿਸ਼ਨ ਨੇ ਲੱਤ ਅੜਾ ਦਿੱਤੀ, ਤੂੰ ਕਿੱਥੇ ਜਾ ਰਿਹਾ ਹੈ? ਤੂੰ ਤੇ ਨੱਸਿਆ ਭੀਮਿਆ, ਲਾਜ ਪੰਜਾਂ ਨੂੰ ਲੱਗੇ। ਕਹਿੰਦਾ ਤੂੰ ਤੇ ਨੱਸ ਜਾਏਗਾ, ਤੇ 5 ਪਾਂਡਵਾਂ ਤੈਨੂੰ ਲਾਜ ਲੱਗਣੀ ਹੈ, ਚੱਲ ਵਾਪਸ ਕੋਲ ਚਲੀਏ। ਕਹਿੰਦਾ ਉਹਨੇ ਮੈਨੂੰ ਮਾਰ ਦੇਣਾ। ਕਹਿੰਦਾ ਮੈਂ ਤੇਰੀ ਮਦਦ ਕਰਾਂਗਾ। ਕਹਿੰਦਾ ਤੁਸੀਂ ਮਦਦ ਨਹੀਂ ਕਰਨੀ, ਉਹਨੇ ਮੈਨੂੰ ਮਾਰਨਾ। ਜਾ ਮੈਂ ਤੇਰੀ ਮਦਦ ਕਰਾਂਗਾ। ਕਿਸ ਤਰ੍ਹਾਂ? ਕਹਿੰਦਾ ਮੈਂ ਦਾਤਨ ਕਰਾਂਗਾ। ਜਦੋਂ ਮੈਂ ਦਾਤਨ ਚੀਰਾਂਗਾ, ਇਹ ਹੁਣ ਇਤਿਹਾਸ ਹੈ, ਜਿਹੜੇ ਲੋਕ ਦਾਤਨ ਕਰਦੇ ਆ, ਦਾਤਨ ਕਰਕੇ ਇੱਦਾਂ ਚੀਰ ਦਿੰਦੇ ਆ ਕਿ ਦਰਖਤ ਦੀ ਦਾਤਨ, ਇਹ ਉਸ ਵਕਤ ਦੀ ਬਣੀ ਹੈ। ਇੱਕ ਲੱਤ ਪੈਰ 'ਤੇ ਰੱਖੀਏ, ਦੂਸਰਾ ਫੜ ਕੇ ਉਹਨੂੰ ਖਿੱਚ ਲਈਏ, ਦਫਾੜ ਕਰ ਦੇਈਂ। ਉਹਦੇ 2 ਦੇਹ ਹੈ, ਉਹ ਮਰਦਾ ਨਹੀਂ ਹੈ। ਇਸੇ ਤਰ੍ਹਾਂ ਫਿਰ ਉਹਨੂੰ ਕੋਲ ਡਾ ਦਿੱਤਾ। ਫਿਰ ਉਸਨੇ ਇੱਦਾਂ ਦਾਤਨ ਚੀਰੀ, ਅਤੇ ਭੀਮ ਸੈਨ ਨੇ ਇੱਕ ਪੈਰ ਰੱਖਿਆ, ਇੱਕ ਲੱਤ, ਅਤੇ ਦੂਜੀ ਖਿੱਚ ਲਈ, ਦਫਾੜ ਹੋ ਗਿਆ। ਇਸ ਤਰੀਕੇ ਨਾਲ ਹਰ ਯੁੱਗ ਦੇ ਵਿੱਚ ਕੋਈ ਵੀ ਕੋਈ ਸ਼ਕਤੀ ਆਈ ਹੈ ਤਾਂ ਦੂਸਰਾ ਉਹਦੇ ਮਾਰਨ ਵਾਸਤੇ ਤਿਆਰ ਹੋਇਆ। ਭਜਨ ਬੰਦਗੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸ਼ਾਂਤੀ ਰਹੀ ਨਹੀਂ, ਸ਼ਾਂਤੀ ਲੈਣੀ ਕਿੱਥੋਂ? ਜਿੱਥੇ ਮਾਰੋ ਮਾਰ ਰਹੀ, ਇੱਕ ਦੂਸਰੇ ਨੂੰ ਖਿੱਚੋ ਧੂਈ ਰਹੀ, ਉੱਥੇ ਸ਼ਾਂਤੀ ਕਿੱਥੋਂ ਆ ਗਈ? ਇਹ ਸ਼ਬਦ ਅਭਿਆਸੀ ਮਹਾਂਪੁਰਖ ਜਿਹੜੇ ਹੈ, ਜਿਨ੍ਹਾਂ ਨਾਮ ਦੀ ਕਮਾਈ ਕੀਤੀ ਹੈ, ਉਹੀ ਸਾਨੂੰ ਸ਼ਾਂਤੀ ਵਾਸਤੇ ਦੱਸਣਗੇ, ਭਾਈ ਇਹਨਾਂ ਚੀਜ਼ਾਂ 'ਤੇ ਕੰਟਰੋਲ ਕਰੋ ਔਰ ਸ਼ਾਂਤੀ ਰੱਖੋ, ਸੁਖ ਲਓ। ਸੁਖ ਸ਼ਾਂਤੀ ਵਿੱਚ ਹੈ, ਪਿਆਰ ਵਿੱਚ ਹੈ। ਹਾਂਜੀ। ਪ੍ਰੀਤ ਪਰਜੀਤ ਗੁਰੂ ਕੀ ਕਰਨਾ, ਨਾਮ ਰਸਾਇਣ ਘਟ ਮੇ ਜਰਨਾ। ਸਵਾਮੀ ਜੀ ਮਹਾਰਾਜ ਸਾਨੂੰ ਪੂਰੀ ਤਸੱਲੀ ਦੇ ਰਹੇ ਹੈ। ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ। ਪ੍ਰੀਤ ਤੇ ਕਰਨਾ ਕੋਈ ਬੜੀ ਗੱਲ ਨਹੀਂ। ਪ੍ਰੀਤ ਤੋਂ ਅਸੀਂ ਰਾਹੀ ਚਲਦਿਆਂ ਨਾਲ ਵੀ ਕਰਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਪ੍ਰਤੀਤ ਕਰਨਾ ਬਹੁਤ ਮੁਸ਼ਕਲ ਹੈ। ਜੇ ਇੱਕ ਵਾਰ ਪ੍ਰਤੀਤ ਕਰ ਜਾਏ, ਵਿਸ਼ਵਾਸ ਕਰ ਜਾਏ ਮੁਰਸ਼ਦ 'ਤੇ ਫਿਰ ਇਹ ਕੁਝ ਕਰ ਹੀ ਨਹੀਂ ਸਕਦਾ। ਫਿਰ ਤਾਂ ਜਿਉਂਦਾ ਮਰਿਆ ਸਮਝੋ, ਇਹਨੂੰ ਕਹਿੰਦੇ ਆ ਮਰਨਾ। ਜਦੋਂ ਦੁੱਖ ਆਏ, ਸੁੱਖ ਆਏ, ਗਰੀਬੀ ਆਏ, ਅਮੀਰੀ ਆਏ, ਜਦੋਂ ਇੱਕ ਵਾਰ ਵਿਸ਼ਵਾਸ ਕਰ ਲਿਆ, ਫਿਰ ਇਹ ਜਾਏਗਾ ਕਿੱਧਰ? ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ। ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਅਗਰ ਤੂੰ ਪ੍ਰੀਤੀ ਵੀ ਕਰੇਗਾ, ਪ੍ਰਤੀਤ ਵੀ ਕਰੇਗਾ, ਫਿਰ ਤੈਨੂੰ ਕੁਝ ਮਿਲੇਗਾ। ਪ੍ਰੀਤੀ ਵੀ ਕਰ ਔਰ ਪ੍ਰਤੀਤ ਵੀ ਕਰ। ਪ੍ਰਤੀਤ ਕਰਨੀ ਹੈ, ਅਸੀਂ ਵਿਸ਼ਵਾਸ ਕਰਨਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਵਿਸ਼ਵਾਸ ਤਾਂ ਅਸੀਂ ਮਾਮੂਲੀ ਗੱਲਾਂ 'ਤੇ ਕਰ ਜਾਂਦੇ ਹਾਂ। ਕਿ ਟਾਂਗੇ ਉੱਤੇ ਅਸੀਂ ਚੜ੍ਹਦੇ ਹਾਂ, 4-8 ਆਨੇ ਉਹਦਾ ਕਿਰਾਇਆ ਕੀਤਾ ਹੁੰਦਾ ਹੈ। ਸਾਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਸਾਨੂੰ ਸਾਡੀ ਮੰਜ਼ਿਲੇ ਮਕਸੂਦ 'ਤੇ ਪਹੁੰਚਾ ਦੇਗਾ।
ਪਰ ਕਈ ਵਾਰ ਐਸਾ ਹੁੰਦਾ ਹੈ ਉਹਦਾ ਰਸਤੇ 'ਚ ਤੰਗ ਟੁੱਟ ਜਾਂਦਾ, ਘੋੜਾ ਖੜਾ ਹੋ ਜਾਂਦਾ, ਪਰ ਉਸ ਦੀ ਡਿਊਟੀ ਹੈ ਟਾਂਗੇ ਵਾਲੇ ਦੀ, ਉਹ ਆਪਣੇ ਸਿਰ ਤੋਂ ਪਗੜੀ ਲਾਹ ਕੇ ਵੱਟ ਚਾੜ ਕੇ ਉਹਨੂੰ ਪਾ ਕੇ ਅਤੇ ਫਿਰ ਟਾਂਗੇ ਨੂੰ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚਾ ਦੇਗਾ। 4 ਆਨੇ ਕਿਰਾਇਆ ਲੈਣਾ, 5-7 ਰੁਪਏ ਦੀ ਪੱਗ ਪਾ ਕੇ ਉਹ ਸਾਨੂੰ ਜ਼ਰੂਰ ਕਸਰ ਖਾ ਕੇ ਅਤੇ ਸਾਨੂੰ ਸਾਡੀ ਮੰਜ਼ਿਲ 'ਤੇ ਪਹੁੰਚਾਏਗਾ। ਲੇਕਿਨ ਇਹ ਸਤਿਗੁਰ 'ਤੇ ਪ੍ਰਤੀਤ ਨਹੀਂ ਕਰਦਾ। ਟਾਂਗੇ ਵਾਲੇ 'ਤੇ ਪ੍ਰਤੀਤ ਕਰ ਜਾਂਦੇ ਹਾਂ ਅਸੀਂ, ਲੇਕਿਨ ਇਹ ਸਤਿਗੁਰ 'ਤੇ ਪ੍ਰਤੀਤ ਨਹੀਂ ਕਰਦਾ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ, ਅਸੀਂ ਤੈਨੂੰ ਰਾਹ ਵੀ ਦੱਸਾਂਗੇ, ਤੈਨੂੰ ਰੁਕਾ ਵੀ ਦਿਆਂਗੇ, ਤੇਰਾ ਸਾਥ ਵੀ ਕਰਾਂਗੇ, ਲੇਕਿਨ ਸਾਨੂੰ ਪਰਵਾਹ ਨਹੀਂ, ਅਸੀਂ ਸਮਝਦੇ ਹੀ ਨਹੀਂ ਹੈਗੇ। ਹਾਂਜੀ। ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ, ਨਾਮ ਰਸਾਇਣ ਘਟ ਮੇ ਜਰਨਾ, ਮਨ ਮਲੀਨ ਕੇ ਕਹੇ ਨਾ ਚਲਨਾ, ਗੁਰ ਕਾ ਬਚਨ ਹੀਏ ਵਿੱਚ ਰਖਨਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਮਨ ਸਾਡਾ ਮਲੀਨ ਹੈ, ਇਹਦੇ ਕੇ ਨਹੀਂ ਲੱਗਣਾ। ਸਤਿਗੁਰ ਦਾ ਬਚਨ ਜਿਹੜਾ ਹੈ ਉਹ ਆਪਣੇ ਹਿਰਦੇ ਵਿੱਚ ਰੱਖੋ। ਮਨ ਨੇ ਸਾਨੂੰ ਆਪਣੀ ਸਲਾਹ ਦੇਣੀ ਹੈ। ਮਨ ਨੇ ਕਦੀ ਵੀ ਕਿਸੇ ਨੂੰ ਅੱਛੀ ਸਲਾਹ ਨਹੀਂ ਦਿੱਤੀ। ਕੋਈ ਵੀ ਅੱਜ ਤੱਕ ਦੁਨੀਆ ਦੇ ਵਿੱਚ ਤੁਸੀਂ ਨਜ਼ਰ ਮਾਰੋ, ਜਿਸ ਨੇ ਮਨ ਦੀ ਸਲਾਹ ਲਈ ਹੈ, ਕਿਆ ਦੁਨੀਆ 'ਚ ਨਸ਼ਰ ਨਹੀਂ ਹੋਇਆ? ਕੀ ਖਟਿਆ ਉਸਨੇ? ਕੋਈ, ਚਾਹੇ ਕੋਈ ਰਾਜਾ ਮਹਾਰਾਜਾ, ਕੋਈ ਸ਼ੌਕਕਾਰ ਹੈ, ਕੋਈ ਜੋਗੀ ਜਗੀਸ਼ਰ ਹੈ, ਕੋਈ ਤਪੱਸੀ ਹੈ, ਜਿਸ ਨੇ ਮਨ ਦੀ ਸਲਾਹ ਲਈ ਹੈ, ਕਿ ਉਹ ਦੁਨੀਆ 'ਚ ਨਸ਼ਰ ਨਹੀਂ ਹੋਇਆ। 88,000 ਵਰਸ ਤਪੱਸਿਆ ਕੀਤੀ ਰਿਸ਼ੀ ਨੇ, ਅਤੇ ਮਨ ਦੀ ਸਲਾਹ ਲਈ 1 ਮਿੰਟਾਂ ਦੇ ਵਿੱਚ ਖਤਮ ਹੋ ਗਿਆ, ਸਭ ਕੁਛ ਬਰਬਾਦ ਹੋ ਗਿਆ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਭਾਈ ਇਹਦੀ ਸਲਾਹ ਨਹੀਂ ਲੈਣੀ, ਤੁਸੀਂ ਸਤਿਗੁਰ ਦੀ ਸਲਾਹ ਲਾਓ, ਸਤਿਗੁਰ ਦਾ ਧਿਆਨ ਰੱਖੋ। ਤੁਹਾਨੂੰ ਸਤਿਗੁਰ ਨੇ ਕੀ ਦੱਸਿਆ ਹੈ ਅਤੇ ਕੀ ਤੁਹਾਨੂੰ ਉਪਦੇਸ਼ ਦਿੱਤਾ ਹੈ। ਜੇ ਅਗਰ ਮਨ ਤੁਹਾਨੂੰ ਕੋਈ ਸਲਾਹ ਦਿੰਦਾ ਵੀ ਹੈ ਤਾਂ ਤੁਸੀਂ ਫੌਰਨ ਉਸ ਪਾਸੇ ਧਿਆਨ ਲਿਓ ਕਿ ਸਤਿਗੁਰ ਨੇ ਸਾਨੂੰ ਕੀ ਕਿਹਾ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ, ਇੱਕ ਲਫ਼ਜ਼ ਵੀ ਬਾਣੀ ਦਾ ਸਾਡੇ ਅੰਦਰ ਬੈਠ ਜਾਏ ਤਾਂ ਵਕਤ ਪਰ ਸਾਨੂੰ ਉਹਦਾ ਫਾਇਦਾ ਹੋਏਗਾ। ਕਈ ਵਾਰ ਚੋਰ ਦੀ ਸਾਖੀ ਸੁਣਾਈ, ਇੱਕ ਚੋਰ ਮਰਨ ਲੱਗਾ, ਉਹਦੇ ਪੁੱਤ ਨੇ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਬਾਅਦ ਕੀ ਕਰਨਾ ਹੈ? ਬੇਟਾ ਤੂੰ ਵੀ ਇਹੀ ਕੰਮ ਕਰਨਾ ਹੈ, ਪਰ ਇੱਕ ਦੋ ਮੇਰੀ ਗੱਲ ਯਾਦ ਰੱਖਣਾ। ਇੱਕ ਤੇ ਚੋਰੀ ਕਰਕੇ ਮੰਨਣਾ ਨਹੀਂ, ਭਾਵੇਂ ਜਾਨ ਵੀ ਚਲਾ ਜਾਏ। ਇੱਕ ਕਿਸੇ ਸੰਤਾਂ ਮਹਾਂਪੁਰਖਾਂ ਦੀ ਬਾਣੀ ਸੁਣਨੀ ਨਹੀਂ। ਜੇ ਬਾਈ ਚਾਂਸ ਐਸਾ ਟਾਈਮ ਲੱਗ ਜਾਏ ਤਾਂ ਕੰਨਾਂ 'ਚ ਉਂਗਲਾਂ ਦੇ ਲਓ, ਅੰਦਰ ਨਹੀਂ ਲਫ਼ਜ਼ ਜਾਣਾ ਚਾਹੀਦਾ। ਚੋਰ ਜਵਾਨ ਹੋਇਆ, ਕਿਧਰੇ ਚੋਰੀ ਕੀਤੀ, ਬਾਹਰ ਪੈ ਗਈ, ਪਿੱਛੇ ਨੱਸਦਾ ਭੱਜਦਾ ਇੱਕ ਗਲੀ ਵਿੱਚ ਵੜਿਆ। ਅੱਗੇ ਇੱਕ ਚੌਂਕ ਸੀ, ਉੱਥੇ ਕਥਾ ਹੋ ਰਹੀ ਸੀ। ਇਹ ਪ੍ਰਸੰਗ ਆਇਆ ਕਥਾ ਵਿੱਚ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਕੰਨਾਂ 'ਚ ਉਸਨੇ ਉਂਗਲਾਂ ਦਿੱਤੀਆਂ ਨੇ, ਪਰ ਪੈਰ ਨੂੰ ਕੰਡਾ ਲੱਗ ਗਿਆ। ਕੰਡਾ ਦੇ ਹੱਥ ਨਾਲ ਹੀ ਕੱਢਣਾ ਸੀ। ਜਦੋਂ ਹੱਥ ਨਾਲ ਕੰਡਾ ਕੱਢਣ ਲੱਗਾ, ਇਹ ਅੰਦਰ ਲਫ਼ਜ਼ ਵੜ ਗਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਆਪਣੇ ਘਰ ਚਲਾ ਗਿਆ। ਜਿਹਦੇ ਚੋਰ ਹੋਈ ਅਫਸਰ ਦੇ, ਉਸਨੇ ਬਹੁਤ ਸਾਰੇ ਚੋਰ ਫੜਾਏ, ਮਾਰਕੁੱਟ ਹੋਈ, ਲੇਕਿਨ ਚੋਰ ਦਾ ਕੋਈ ਖੋਜ ਖਰਾ ਨਹੀਂ ਲੱਗਾ। ਫਿਰ ਉਹਨਾਂ ਨੇ ਫਵੇ ਕੁੱਟਣਾ ਮੁਕਾਈਆਂ। ਉਹਨਾਂ ਨੂੰ ਕਿਹਾ ਕਿ ਸਾਨੂੰ ਚੋਰੀ ਦਾ ਕੋਈ
ਦੱਸੋ ਫੜ ਦਿਓ, ਕੋਈ ਚੋਰ ਨਹੀਂ ਸਾਡੇ ਪਾਸੋਂ ਫੜਿਆ ਜਾਂਦਾ। ਉਸਨੇ ਮੰਗਤ ਦਾ ਰੂਪ ਬਣਾ ਲਿਆ, ਘਰ ਘਰ ਮੰਗਣਾ ਸ਼ੁਰੂ ਕਰ ਦਿੱਤਾ। ਜਦੋਂ ਚੋਰ ਦੇ ਘਰ ਜਾਵੇ, ਬਰਤਨ ਵੀ ਜ਼ਿਆਦਾ ਪਵੇ, ਨਾਲੇ ਦੋਵੇਂ ਮਾਂ ਪੁੱਤ ਵਿਹਲੇ। ਉਸਨੇ 1-2 ਦਿਨ ਵਿੱਚ ਤਜਰਬਾ ਕੀਤਾ, ਪੁਲਿਸ ਲੈ ਕੇ ਉਹਨੂੰ ਫੜਾ ਲਿਆ। ਹੁਣ ਚੋਰ ਨੂੰ ਜੇਲ੍ਹ ਵਿੱਚ ਲੈ ਗਏ, ਮਾਰਕੁੱਟ ਹੋਣਾ ਸ਼ੁਰੂ ਹੋ ਗਈ। ਪਰ ਜੋ ਉਸ ਦੇ ਪਿਤਾ ਦੀ ਸਿੱਖਿਆ ਸੀ ਕਿ ਚੋਰੀ ਕਰਕੇ ਮੰਨਣਾ ਨਹੀਂ, ਚੋਰੀ ਕਰਕੇ ਮੰਨਣਾ ਨਹੀਂ, ਮਾਰਕੁੱਟ ਵੀ ਹੋਣਾ ਸ਼ੁਰੂ ਹੋ ਗਈ, ਲੇਕਿਨ ਉਹ ਮੰਨੇ ਨਾ। ਅਫਸਰਾਂ ਨੇ ਕਿਹਾ ਕਿ ਇਹ ਕੋਈ ਗਰੀਬ ਤੇ ਨਹੀਂ ਤੂੰ ਮਰਵਾਉਂਦੀ, ਫਵੇ ਕੁੱਟਣ ਨੂੰ ਕਿਹਾ, ਇਹ ਤਾਂ ਚੋਰੀ ਮੰਨਦਾ ਨਹੀਂ। ਉਸਨੇ ਕਿਹਾ ਕਿ ਇੱਕ ਲੱਛਣ ਮੈਨੂੰ ਹੋਰ ਕਰ ਲੈਣ ਦਿਓ। ਉਸਨੇ ਦੇਵੀ ਦਾ ਰੂਪ ਬਣਾ ਲਿਆ, 2 ਬਾਹਾਂ ਸਹੀ ਸੀ, 2 ਨਕਲੀ ਲਾ ਲਈਆਂ, ਮਸਾਲਾਂ ਬਾਲ ਕੇ ਹੱਥਾਂ 'ਚ ਫੜ ਲਈਆਂ, ਚੰਗੇ ਕੱਪੜੇ ਲਗਾ ਲਏ, ਜੇਲ੍ਹ ਵਿੱਚ ਚਲਾ ਗਈ। ਜਦੋਂ ਜੇਲ੍ਹ ਵਿੱਚ ਚਲਾ ਗਈ ਤੇ ਉਹ ਚੋਰ ਜਿਹੜਾ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗੀ, ਦੇਖ ਬੱਚਾ, ਮੈਂ ਆਪਣਾ ਆਸਣ ਛੱਡ ਕੇ ਤੇਰੇ ਪਾਸ ਆਈ ਹਾਂ, ਤੇਰਾ ਦੁੱਖ ਦੇਖ ਕੇ ਆਈ ਹਾਂ, ਤੈਨੂੰ ਮਾਰਕੁੱਟ ਹੋ ਰਹੀ ਹੈ, ਜੇ ਤੂੰ ਚੋਰੀ ਕੀਤੀ ਹੈ ਮੈਨੂੰ ਦੱਸ ਦੇ, ਜੇ ਨਹੀਂ ਕੀਤੀ ਤਦ ਵੀ ਦੱਸ ਦੇ, ਮੈਂ ਤੈਨੂੰ ਛੁਡਾ ਦਿੰਦੀ ਹਾਂ। ਚੋਰ ਦੱਸਣ ਵਾਸਤੇ ਤਿਆਰ ਹੋ ਗਿਆ, ਪਰ ਜਦੋਂ ਪਿਛਲੇ ਪਾਸੇ ਨਜ਼ਰ ਮਾਰੀ ਤਾਂ ਉਹਦਾ ਪਰਛਾਵਾਂ ਸੀ। ਚੋਰ ਸੋਚਦਾ ਹੈ ਕਿ ਸੰਤ ਮਹਾਂਪੁਰਖ ਰਿਸ਼ੀ ਮੁਨੀ ਜੋ ਦੁਨੀਆ 'ਤੇ ਆਏ ਹੈ, ਉਹਨਾਂ ਦੇ ਬਚਨ ਜਿਹੜੇ ਆ ਝੂਠੇ ਨਹੀਂ ਹੁੰਦੇ, ਇਹ ਕੋਈ ਮੇਰੇ ਨਾਲ ਠੱਗੀ ਹੋ ਰਹੀ ਹੈ, ਇਹ ਮੇਰੇ ਨਾਲ ਕੋਈ ਠੱਗੀ ਹੋ ਰਹੀ ਹੈ, ਇਹ ਦੇਵੀ ਨਹੀਂ ਹੈਗੀ, ਕਿਉਂਕਿ ਦੇਵੀ ਦੇਵਤਿਆਂ ਦਾ ਲਿਖਿਆ ਹੈ ਪਰਛਾਵਾਂ ਨਹੀਂ ਹੈਗਾ। ਕਹਿਣ ਲੱਗਾ, ਮਾਤਾ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਸਿਰ 'ਤੇ ਹੀ ਦੌੜੀ ਫਿਰਦੇ ਹਾਂ, ਮੈਂ ਚੋਰੀ ਨਹੀਂ ਕੀਤੀ, ਮੈਨੂੰ ਇਹ ਨੱਕ ਮਰਵਾ ਰਹੇ, ਮੈਂ ਚੋਰੀ ਨਹੀਂ ਕੀਤੀ। ਦੂਸਰੇ ਪਾਸੇ ਲਿਖ ਰਹੇ ਸਨ, ਮਕਸਦ ਕੀ ਹੈ ਕਿ ਚੋਰ ਨੂੰ ਛੱਡ ਦਿੱਤਾ। ਚੋਰ ਨੇ ਸੋਚਿਆ ਕਿ ਇੱਕ ਲਫ਼ਜ਼ ਮੈਂ ਸੰਤਾਂ ਮਹਾਂਪੁਰਖਾਂ ਦਾ ਸੁਣਿਆ ਹੈ ਅਤੇ ਇੱਕ ਲਫ਼ਜ਼ ਨੇ ਮੈਨੂੰ ਪਤਾ ਨਹੀਂ ਸਾਰੀ ਉਮਰ ਦੀ ਜੇਲ੍ਹ ਮਿਲਣੀ ਸੀ, ਕੀ ਹੋਣਾ ਅਤੇ ਕੀ ਨਹੀਂ ਹੋਣਾ, ਅਤੇ ਮੈਨੂੰ ਛਡਾ ਦਿੱਤਾ ਹੈ। ਜੇ ਮੈਂ ਬਹੁਤ ਸਾਰੇ ਸੁਣਾ ਤਾਂ ਕੀ ਬਣ ਜਾਵਾਂ। ਇਸ ਵਾਸਤੇ ਸੰਤਾਂ ਦੀ ਬਾਣੀ ਜਿਹੜੀ ਹੈ ਉਹ ਫਾਇਦੇਮੰਦ ਹੈ। ਅਸੀਂ ਇੱਕ ਵੀ ਲਫ਼ਜ਼ ਸਾਡੇ ਅੰਦਰ ਵੜ ਜਾਏ ਤਾਂ ਸਾਨੂੰ ਵਕਤ ਪਰ ਉਹਦਾ ਪਤਾ ਲੱਗੇਗਾ ਕਿ ਇਹਦਾ ਫਾਇਦਾ ਕਿਤਨਾ ਹੈਗਾ। ਅਗਰ ਸਾਡੇ ਅੰਦਰ ਇੱਕ ਲਫ਼ਜ਼ ਵੀ ਨਹੀਂ ਜਾਂਦਾ ਤਾਂ ਫਿਰ ਸਾਨੂੰ ਫਾਇਦਾ ਵੀ ਕੀ ਹੋਣਾ ਹੈਗਾ। ਗੁਰੂ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹੈ, ਸਤਸੰਗ ਸਤਿਗੁਰ ਕਿਆ ਕਰੇ, ਜਬ ਸਿੱਖ ਨਮਾਏ ਚੂਕ, ਅੰਧੇ ਏਕ ਨਾ ਲੱਗੀ ਜਿਉਂ ਬਾਂਸ ਬਜਾਈ ਫੂਕ। ਉੱਥੇ ਸਤਿਗੁਰ ਕੀ ਕਰੇਗਾ ਔਰ ਸਤਸੰਗ ਵੀ ਕੀ ਕਰੇਗਾ ਜੇ ਇੱਕ ਲਫ਼ਜ਼ ਵੀ ਸਿੱਖ ਦੇ ਅੰਦਰ ਨਹੀਂ ਵੜਿਆ। ਬਾਂਸ ਨੂੰ ਫੂਕ ਮਾਰੋ, ਦੂਜੇ ਪਾਸੇ ਲੰਘ ਗਈ, ਇੱਕ ਕੰਨ ਸੁਣਿਆ, ਦੂਜੇ ਪਾਸੇ ਅਸੀਂ ਲੰਘਾ ਦਿੱਤੀ। ਕੀ ਕਰ ਲਏਗਾ ਸਤਿਗੁਰ, ਕੀ ਕਰੇਗਾ ਸਤਸੰਗ, ਕੀ ਕਰੇਗਾ। स्वामी जी महाराज जो बाणी च फरमा रहे ठीक फरमा रहे है, तू प्रीति भी कर और प्रतीत भी कर सतगुर ते, वो जो तैनू कह रहा ठीक कह रहा, तू उस लैन ते चलन की कोशिश कर, फिर देख तो सही की होंदा हैगा, की तेरा बिगड़दा है कुछ कि जां तेरा सौरदा है, तेरा नुकसान होंदा है कि तेरा फायदा होंदा है, तू उस लैन ते तुर ते सही। हाँ जी। मन मलीन के कहे ना चलना, गुर का बचन ही बिच रखना, ये मद मंद गहे नहीं सरना, लोभ बढ़ाए उदर को पारना।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਐਸੀ ਮੱਤ ਇਸ ਦੀ ਭੈੜੀ ਬੰਦੇ ਦੀ ਹੋ ਗਈ ਹੈ, ਇਹ ਲੋਭ ਵਡਿਆਈ ਜਾਂ ਉਧਰ ਭਰਨ ਵਾਸਤੇ ਇਹ ਮਾੜੇ ਕਰਮ ਕਰਦਾ। ਇਸ ਸੰਤਾਂ ਦੀ ਸ਼ਰਨ ਵਿੱਚ ਨਹੀਂ ਜਾਂਦਾ ਔਰ ਉਹਨਾਂ ਦਾ ਕਹਿਣਾ ਨਹੀਂ ਮੰਨਦਾ। ਇਹ ਵਡਿਆਈ ਵਾਸਤੇ ਲੋਭ ਕਰਦਾ ਹੈ, ਨਜਾਇਜ਼ ਕਰਦਾ ਹੈ ਕਿ ਮੇਰੀ ਵਡਿਆਈ ਹੋਵੇ, ਉਧਰ ਭਰਨ ਵਾਸਤੇ। ਕਦੀ ਅਸੀਂ ਇਹ ਨਹੀਂ ਸੋਚਿਆ ਕਿ ਸਾਡੇ ਅੰਦਰ ਤਾਂ ਸਭ ਕੁਝ ਪਿਆ ਹੁੰਦਾ ਹੈ, ਅਸੀਂ ਆਪਣੀ ਹੱਥੀਂ ਬਣਾ ਵੀ ਸਕਦੇ ਹਾਂ, ਖਾ ਵੀ ਸਕਦੇ ਹਾਂ। ਤੁਸੀਂ ਜਾਓ ਕਿਸੇ ਬਾਹਰ ਦੇਖੋ, ਪਰਿੰਦਿਆਂ ਨੂੰ ਦੇਖੋ, ਉਹਨਾਂ ਦੀਆਂ ਕਿਹੜੀਆਂ ਦਾਣੇ ਦੀਆਂ ਕੋਠੀਆਂ ਭਰੀਆਂ ਹੁੰਦੀਆਂ ਨੇ। ਉਹਨਾਂ ਦਾ ਵੀ ਤਾਂ ਉਧਰ ਭਰਿਆ ਜਾਂਦਾ, ਪਰਮਾਤਮਾ ਉਹਨਾਂ ਦਾ ਵੀ ਕੋਈ ਨਾ ਕੋਈ ਯਤਨ ਕੀਤਾ ਹੀ ਜਾਂਦਾ। ਉਹ ਵੀ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ, ਕੀੜੇ ਮਕੌੜੇ ਵੀ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ, ਕੁੱਤੇ ਬਿੱਲੇ ਵੀ ਕਰਦੇ ਹੈ, ਔਰ ਕਈ ਦੁਨੀਆ ਦੇ ਜੀਵ ਜਿਹੜੇ ਹੈ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ। ਸਾਡੇ ਵਾਸਤੇ ਹੀ ਮੁਸ਼ਕਿਲ ਆ ਗਈ ਹੈ। ਸਭ ਕੁਝ ਸਾਡੇ ਕੋਲ ਹੁੰਦਾ ਵੀ ਹੈ, ਅੰਦਰ ਪਿਆ ਹੁੰਦਾ, ਅਸੀਂ ਆਪਣੇ ਹੱਥਾਂ ਨਾਲ ਬਣਾ ਵੀ ਸਕਦੇ ਹਾਂ, ਖਾ ਵੀ ਸਕਦੇ ਹਾਂ, ਫਿਰ ਵੀ ਸਾਨੂੰ ਇਸ ਉਧਰ ਭਰਨ ਦੀ ਚਿੰਤਾ ਪਈ ਹੈਗੀ ਹੈ। स्वामी जी महाराज जो बाणी च फरमा रहे, ठीक फरमा रहे है, ये उधर भरन वास्ते और वड्याई वास्ते ते लोभ लालच विच फस जाता है। लोभ लालच विच फस जाता है। लोभीए दी मौत हजूर कई बार फरमाउंदे हुंदे है कि गप्पीए दे हत्थ हुंदी है। जिहड़ा बंदा लोभी है वो गप्पा मारन वाले दे हत्थ उहदी मौत हुंदी है। कई बार अगे भी तुहानूं ये साखी सुनाई है। कोई बंदा सी शैतान, वो पिंड झोका दिंदा फिरे कि मैनू कोई नौकर रख लो। एक जिमीदार सी, वो जिमीदारी का काम करता सी, बंदियां दी लोड़ हुंदी है, उन्हें सोचिया भी चलो नौकर रख लैने। पुछया कि की तनख्वाह लएगा? कहंदा तनख्वाह नहीं मैं लैनी कोई भी, 6 महीने विच एक मैं गप्पी मारांगा छोटी जी, ते साल नूं गप मारांगा, पैसा कोई नहीं लैना, काम जो मर्जी दसो मैनू। उसने सोचा इन्हें गप्पी की मार लैनी हैगी है, की कर लऊगा। कदी हल बहाओ, कदे पट्ठे वढाओ, उन्होंने दिन रात उन्हें आराम नहीं लैन दिता। उधरों 6 महीने गुजरन वाले सन। वो मालिक उहदा बाहर गया, उन्हें हल फड़ी तो नौकर घर आ गया। तो घर आके कहंदा उहदे घर वाली नूं कि चौधरी साहब घरों गए है? हाँ। तू कुछ देखिया कि नहीं? ये मैं की देखना सी? कहंदे उहदा पिंडा जिहड़ा ना सारा नमकीना हो गया, पता नहीं किहड़े वेले खुर जाए। मैं किस तरह देखांगी? कहते जिसले वो तू शाह पहला लैके आना ही है ना, जदों वो खाण लगेगा ना पिठ पिछों कुर्ता चुक के जीभ मार के देख लई। उन्हें क्या गल तो ठीक है। हुण जिस काम का बंदे नूं फिक्र होवे उस ते चाल भी तेज़ हो जाती है, तुरना भी तेज़ होंदा। चला गया वापस, कहंदा चौधरी साहब तुसीं घरों आयो? हाँ घरों आया। की गल? कहंदा तुसीं ते बच के आ गए, मैं तो फस चलिया सी। कहंदे की गल? कहंदे तेरे घर वाली नूं हल्का हो गया है, बच के रही है। मैं तो मसों नसा उहदे कोलों, हल्का हो गया है। हाँ। उधरों जिले शाह पहले लैके आ रही सी तो तेज़ तुर रही सी। कहंदा देखिया कल इदां तुरदी सी? नहीं, ये सारा हल्का दा ही नुक्स जे। आ देखो हुण इहनूं नशा चढ़िया हैगा, किदां आ रही हैगी। शाह पहला छड्डिया, ਉਹਦੇ ਮੂੰਹ ਵੱਲ देखी जाओ, ਉਹਦੇ ਮੂੰਹ ਵੱਲ देखी जाए, वो सोचे कि पै ही ना जाए मैनू। जदों बह गया शाह पहला खान तो परैन कोल रख ली। जल्ले उन्हें बुरकी मूँह च पाई, उन्हें पिठ पिछों कुर्ता चुकिया, जीभ मारी, तो आखिर बंदे का नमकीन पिंडा तो नमकीना ही होंदा। जदों जीभ मारन लगी तो उन्हें गुत्तों फड़ लिया, दह परैन बाहना शुरू कर दी। लागे पिंड सी उहदे पेकी, उत्थे चला गया। जाके कहण लगा देखो घर दे विच 100 लड़ाई झगड़ा होंदा घरां दे विच, लेकिन इदां दी थोड़ी इहदे बाण दे विच बेइज्जती करन दिया, तुहाडी भैण नूं मारन दिया।
ਉਧਰੋਂ ਉਹ ਆ ਕੇ ਡਾਂਗਾ ਲੈ ਕੇ ਉਹਨੂੰ ਕੁੱਟ ਸੁੱਟਿਆ। ਪਿੰਡ ਚਲਾ ਗਿਆ, ਉਹਦੇ ਸ਼ਰੀਕਾਂ ਭਾਈਆਂ ਨੂੰ ਕਿਹਾ ਦੇਖੋ ਰਿਸ਼ਤੇਦਾਰਾਂ ਦੀਆਂ 100 ਗੱਲਾਂ ਹੁੰਦੀਆਂ, ਪਰ ਇਹ ਥੋੜ੍ਹਾ ਹੁੰਦਾ ਵੀ ਦਹਬਾਨ ਦੇ ਵਿੱਚ ਤੁਹਾਡੇ ਭਰਾ ਨੂੰ ਉਹਨਾਂ ਮਾਰ ਦਿੱਤਾ ਫੜ। ਉਹਦੇ ਸ਼ਰੀਕ ਭਾਈ ਆਏ, ਉਹਨਾਂ ਨਾਲ ਲੜੇ, ਉਹਨਾਂ ਕਿਸੇ ਦਾ ਸਿਰ ਪਾਟਾ, ਕਿਸੇ ਦੀ ਬਾਂਹ ਟੁੱਟੀ, ਕਿਸੇ ਦਾ ਕੁਝ ਹੋਇਆ, ਭੈਣ ਸਾਰੇ 70 ਪੈ ਗਿਆ। ਆਣ ਜਦੋਂ ਇਕੱਠੇ ਹੋਏ ਲੋਕ ਵੀ ਲੜਾਈ ਲੱਗੀ ਕਾਹਦੇ ਤੂੰ ਹੈ, ਲੜਾਈ ਲੱਗੀ ਕਾਹਦੇ ਤੂੰ ਹੈ। ਲੱਗੀ ਗੱਲ ਚਲਦੀ ਗੱਲ ਆ ਗਈ ਨੌਕਰ 'ਤੇ। ਕਹਿੰਦੇ ਨੌਕਰ ਨੂੰ ਫੜੋ ਕੰਜਰ ਨੂੰ, ਇਹਨੇ 2 ਪਿੰਡ ਮਰਵਾ ਹੀ ਦਿੱਤੇ ਹੈਗੇ ਹੈ। ਕਹਿੰਦਾ ਕੀ ਗੱਲ ਹੋਈ ਹੈ। ਨੌਕਰ ਕਹਿੰਦਾ ਮੇਰੀ ਗੱਲ ਸੁਣ ਲਓ, ਜਦੋਂ ਇਹਨੇ ਮੈਨੂੰ ਨੌਕਰ ਰੱਖਿਆ ਸੀ ਅਤੇ ਪੁੱਛੋ ਇਹਨੇ ਕੋਈ ਪੈਸਾ ਧੇਲਾ ਦਿੱਤਾ ਮੈਨੂੰ। ਸਿਰਫ ਮੇਰਾ ਇੱਕੋ ਹੀ ਵਾਅਦਾ ਸੀ ਵੀ ਮੈਂ 6 ਮਹੀਨੇ ਨੂੰ ਇੱਕ ਗੱਪੀ ਮਾਰਾਂਗਾ ਛੋਟੀ ਜਿਹੀ, ਅਤੇ 6 ਮਹੀਨੇ ਦੇ ਬਾਅਦ ਸਾਲ ਨੂੰ ਮਾਰਨੀ ਜੀ ਗੱਪ, ਪੈਸਾ ਮੈਂ ਕੋਈ ਨਹੀਂ ਲਾਵਾਂਗਾ। ਪੁੱਛੋ ਇਹਨੇ 6 ਮਹੀਨੇ ਹੋਇਆ ਮੈਨੂੰ ਕੋਈ ਪੈਸਾ ਦਿੱਤਾ ਹੈ? ਕਿਹੜਾ ਕੰਮ ਨਹੀਂ ਮੈਂ ਇਹਦਾ ਕੀਤਾ, ਜੋ ਮੈਨੂੰ ਕੰਮ ਦੱਸਦਾ ਰਿਹਾ ਮੈਂ ਕਰਦਾ ਰਿਹਾ। ਅਤੇ ਜੇ ਤੁਸੀਂ ਮੈਨੂੰ ਰੱਖਣਾ ਤਾਂ ਰੱਖੋ, ਮੈਂ ਸਾਲ ਨੂੰ ਗੱਪ ਮਾਰਾਂਗਾ। ਉਹ ਕਹਿੰਦੇ ਇਹਨੂੰ ਕੰਜਰ ਨੂੰ ਹੁਣੇ ਕੱਢੋ, ਸਾਲ ਨੂੰ ਪਤਾ ਨਹੀਂ ਇਹਨੇ ਕੀ ਕਰਨਾ ਹੈਗਾ, ਸਾਲ ਨੂੰ ਇਹਨੇ ਪਤਾ ਨਹੀਂ ਕੀ ਕਰਨਾ। 2 ਪਿੰਡ ਦੇ ਇਹਨੇ ਨਿੱਕੀ ਜਿਹੀ ਗੱਪੀ ਨਾਲ ਮਰਵਾ ਦਿੱਤੇ। ਇਸ ਵਾਸਤੇ ਲੋਭੀਏ ਦੀ ਮੌਤ ਜਿਹੜੀ ਹੁੰਦੀ ਹੈ ਉਹ ਗੱਪੀਏ ਦੇ ਹੱਥੇ ਹੁੰਦੀ, ਗੱਪ ਮਾਰਨ ਵਾਲੇ। ਗੁਰੂ ਸਾਹਿਬ ਜੀ ਲੋਭ ਔਰ ਮਾਣ ਅਤੇ ਉਧਰ ਭਰਨ ਵਾਸਤੇ ਦੱਸ ਰਹੇ ਹੈ। ਅਸੀਂ ਲੋਭ ਕਾਹਦੇ ਵਾਸਤੇ ਕਰਦੇ ਹਾਂ ਕਿ ਅਸੀਂ ਬੜੇ ਹੋ ਜਾਈਏ, ਸਾਡੇ ਕੋਲ ਬਹੁਤ ਕੁਛ ਹੋ ਜਾਏ, ਸਾਡੀ ਲੋਕ ਮਾਣ ਵਡਿਆਈ ਕਰਨ ਔਰ ਚੰਗਾ ਖਾਣਾ ਖਾਈਏ, ਚੰਗਾ ਲਾਈਏ। ਇਸ ਵਾਸਤੇ ਅਸੀਂ ਆਪਣੀ ਕਿਸਮਤ 'ਤੇ ਨਹੀਂ ਰਹਿੰਦੇ, ਅਸੀਂ ਦੂਸਰਿਆਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ। ये मत मंद गहे नहीं सरना, लोभ बढ़ाए उदर को पारना। तुम मानो मत इसका कहना, इसके संग जगत बिच गिरना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੁਸੀਂ ਇਹਦਾ ਕਹਿਣਾ ਨਾ ਮੰਨੋ। ਅਗਰ ਤੁਸੀਂ ਇਹਦਾ ਕਹਿਣਾ ਮੰਨੋਗੇ ਤਾਂ ਜਗਤ ਵਿੱਚ ਗਿਰੋਗੇ। ਔਰ ਪਿਛਲੇ ਇਤਿਹਾਸ ਪੜ੍ਹ ਕੇ ਦੇਖੋ ਕਿ ਜਿਤਨੇ ਵੀ ਤਪਾਹ ਹੋਏ ਹੈ ਇਹ ਮਨ ਦੇ ਆਖੇ ਲੱਗ ਕੇ ਹੋਏ। बड़े बड़े ऋषि, बड़े बड़े अवतार, बड़े बड़े दुनिया के राजे महाराजे अगर तबाह होए है तो मन के आखे लग के ही होए। जेड़े शब्द व्यासी महापुरख ने वो तो कहते भाई शांति, शांति की जरूरत है, प्यार की जरूरत है। तू अपनी परलवत ते रहो, अपने जो परमात्मा ने तैनू दिता तू इसे नू बहुता समझ लै। तैनू बहुते की जरूरत ही नहीं, लड़ाई झगड़े की जरूरत नहीं। वो तो शांति कहते कि खुश रहो, शांत रहो। हाँ जी। तुम मानो मत इसका कहना, इसके संग जगत बिच गिरना। इस मूर्ख को समझ पकड़ना, गुर के चरण कभी ना बिसरना। गुरु साहब जी बड़े प्यार दे नाल फरमा रहे हैं कि अगर ऐस मूर्ख नूं तू समझाउणा है तो इहदे मगर लग के नहीं तू समझा सकदा। सतगुर दे चरण ना छड्डी। बाणी च गुरु साहब जी फरमांदे तू चतरा गुर का प्यारा, गुर संग रहो समाई। तेरी अकलबंदी और समझदारी जड़ी है तद है जे तू सतगुर की शरण नहीं छड्डेगा। जदों तू सतगुर की शरण छड्ड दित्ती समझ लै तू मूर्ख हो गया, तेरी अकलबंदी जाती रही।
ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਿਹਾ ਹੈ ਕਿ ਮਨ ਦੇ ਸਮਝਾਉਣ ਦਾ ਤਰੀਕਾ ਹੀ ਹੈ ਕਿ ਸਤਿਗੁਰ ਦੀ ਸ਼ਰਨ ਨਾ ਛੱਡੀ। ਇਹ ਆਪੇ ਫਿਰ ਤੁਰ ਕੇ ਆ ਜਾਏਗਾ। ਕਿੱਥੇ ਜਾਏਗਾ? ਜੇ ਮਨ ਕਹਿੰਦਾ ਚੋਰੀ ਕਰਨੀ ਹੈ, ਜਾ ਕਰ, ਜਾ ਕੇ ਤੂੰ ਨਾ ਜਾ, ਤੂੰ ਸਰੀਰ ਨਾ ਲੈ, ਤੇਰਾ ਸਰੀਰ ਨਹੀਂ ਜਾਣਾ ਚਾਹੀਦਾ। ਇਹਨੂੰ ਕਹੋ ਜਾ ਕਰਕੇ ਆ। ਕੀ ਕਰਕੇ ਆਏਗਾ? ਜੇ ਹੋਰ ਕੋਈ ਕੰਮ ਦੱਸੇਗਾ ਤਾਂ ਇਹਨੂੰ ਕਹੋ ਜਾਓ ਕਰੋ, ਜਾ ਕੇ ਖੁੱਲ੍ਹਾ ਛੱਡ ਦਿਓ ਇਹਨੂੰ, ਜਾ ਕਰਕੇ ਆ। ਕੀ ਕਰੇਗਾ ਇਹ? ਬਗੈਰ ਸਰੀਰ ਦੇ ਕੁਝ ਨਹੀਂ ਕਰ ਸਕਦਾ। ਲੇਕਿਨ ਸੰਤ ਕਹਿੰਦੇ ਤੂੰ ਸਰੀਰ ਨੱਥੇਰਾ ਰਹਿਣਾ ਚਾਹੀਦਾ, ਤੇਰਾ ਸਰੀਰ ਇਹਦੇ ਆਖੇ ਨਾ ਲੱਗੇ। ਇਹਨੂੰ ਕਹੋ ਜਾ ਤੂੰ ਕਰਕੇ ਆ। ਇਹ ਕੀ ਕਰ ਲਏਗਾ? ਆਪੇ ਆਖਰ ਹਾਰ ਉੱਠ ਕੇ ਬਹਿ ਜਾਏਗਾ। ਇਹਦੇ ਸਮਝਾਉਣ ਦਾ ਤਰੀਕਾ ਹੀ ਹੈ ਸਤਿਗੁਰ ਦੀ ਸ਼ਰਨ, ਕਿ ਸਤਿਗੁਰ ਦੀ ਸ਼ਰਨ ਨਾ ਤੂੰ ਛੱਡੀ। ਇਹਨੂੰ ਜਾਣਦੇ ਜਿੱਧਰ ਜਾਂਦਾ ਹੈ। ਕੀ ਕਰ ਲਏਗਾ? ਹਾਂਜੀ। इस मूरख को समझ पकड़ना, गुर के चरण कभी ना बिसरना। गुर का रूप नैन में तारना, सुरत शब्द से नभ पर चढ़ना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਤਿਗੁਰ ਦਾ ਸਰੂਪ ਜਿਹੜਾ ਤੂੰ ਆਪਣੀਆਂ ਅੱਖਾਂ 'ਚ ਰੱਖ। ਅਸੀਂ ਆਮ ਬੀਬੀਆਂ ਸ਼ਬਦ ਪੜ੍ਹਦੀਆਂ, ਬੰਦੇ ਵੀ ਪੜ੍ਹਦੇ ਹੈ, ਆ ਸਤਿਗੁਰ ਵਿੱਚ ਬੈਠ ਜਾ ਅੱਖੀਆਂ, ਖਾਲੀ ਰੱਖੀਆਂ ਮੈਂ ਵਾਸਤੇ ਤੇਰੇ। ਅਸੀਂ ਇਹ ਸੋਚਣਾ ਕਿ ਕਿਆ ਸਾਡੀਆਂ ਅੱਖਾਂ ਖਾਲੀ ਹੈਗੀਆਂ ਨੇ? ਸਾਡੀਆਂ ਅੱਖਾਂ ਦੇ ਵਿੱਚ ਸਾਰਾ ਜਹਾਨ ਵਸ ਰਿਹਾ ਹੈ, ਸਾਰੀ ਦੁਨੀਆ ਵਸ ਰਹੀ ਹੈ। ਜਿਨ੍ਹਾਂ ਨੇ ਇਹਨਾਂ ਨੂੰ ਖਾਲੀ ਕੀਤਾ ਹੈ, ਦਿਨ ਰਾਤ ਮਿਹਨਤ ਕਰਕੇ ਖਾਲੀ ਕੀਤਾ ਹੈ, ਉਹਨਾਂ ਦੀਆਂ ਅੱਖਾਂ 'ਚ ਬੈਠ ਵੀ ਗਿਆ ਹੈਗਾ। ਉਹਨਾਂ ਦੀਆਂ ਅੱਖਾਂ 'ਚ ਬੈਠ ਵੀ ਜਾਂਦਾ ਹੈ। ਪਰ ਜਿਨ੍ਹਾਂ ਖਾਲੀ ਕੀਤਾ ਹੈਗਾ, ਜਿਨ੍ਹਾਂ ਅੱਖਾਂ ਨੂੰ ਖਾਲੀ ਨਹੀਂ, ਸਾਡੇ ਅੱਖਾਂ ਦੇ ਵਿੱਚ ਸਾਰਾ ਦੁਨੀਆ ਵਸ ਰਹੀ ਹੈ, ਸਾਰਾ ਜਹਾਨ ਵਸ ਰਿਹਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਸਤਿਗੁਰ ਦਾ ਸਰੂਪ ਆਪਣੀਆਂ ਅੱਖਾਂ 'ਚ ਰੱਖ ਔਰ ਸੁਰਤ ਸ਼ਬਦ, ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜ ਦੇ। ਉਹ ਸ਼ਬਦ ਸੱਚਖੰਡ ਦੇਸ਼ ਵਿੱਚ ਆ ਰਿਹਾ ਔਰ ਸੱਚਖੰਡ ਦੇਸ਼ ਵਿੱਚ ਜਾ ਰਿਹਾ। ਇੱਕ ਦਿਨ ਤੂੰ ਵੀ ਆਪਣੇ ਦੇਸ਼ ਪਹੁੰਚ ਜਾਏਗਾ। ਸਾਨੂੰ ਕੋਈ ਕਮੀ ਨਹੀਂ ਰਹਿ ਸਕਦੀ, ਕੋਈ ਢਿੱਲ ਨਹੀਂ ਪੈ ਸਕਦੀ। ਸਿਰਫ ਸਾਡੀ ਇੰਨੀ ਢਿੱਲ ਹੈ ਕਿ ਸਾਡੀ ਸੁਰਤੀ ਉਸ ਸ਼ਬਦ ਨਾਲ ਜੁੜਦੀ ਨਹੀਂ। ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜ ਜਾਏਗੀ ਫਿਰ ਕੋਈ ਢਿੱਲ ਨਹੀਂ। ਹਾਂਜੀ। गुर का रूप नैन में तारना, सुरत शब्द से नभ पर चढ़ना। राधा स्वामी नाम सिमरना, जो वे कहे चेत में तारना। स्वामी जी महाराज शब्द समाप्त करते हुए बड़े प्यार दे नाल फरमा रहे हैं कि ਅਸੀਂ ਜੋ ਵੀ ਤੁਹਾਨੂੰ ਕਹਿੰਦੇ ਹਾਂ ਤੁਸੀਂ ਆਪਣੇ ਅੰਦਰ ਬਿਠਾਓ। ਜੋ ਵੀ ਅਸੀਂ ਬਚਨ ਤੁਹਾਨੂੰ ਕਹਿੰਦੇ ਹਾਂ, ਦੱਸਦੇ ਹਾਂ, ਤੁਸੀਂ ਸਾਡੇ ਬਚਨ ਆਪਣੇ ਅੰਦਰ ਬਿਠਾਓ। ਤੁਹਾਨੂੰ ਸਮੇਂ ਪਰ ਉਹਦਾ ਪਤਾ ਲੱਗੇਗਾ ਕਿ ਕਿਤਨਾ ਫਾਇਦਾ ਹੈਗਾ। ਲੇਕਿਨ ਅਸੀਂ ਇੱਕ ਕੰਨ ਸੁਣਦੇ ਹਾਂ, ਦੂਜੇ ਲੰਘਾ ਦਿੰਦੇ ਹਾਂ। ਸਾਡੀ ਹਾਲਤ ਇਸ ਤਰ੍ਹਾਂ ਹੈ, ਭੇਡ ਚਾਲ ਗੁਰੂ ਸਾਹਿਬ ਜੀ ਫਰਮਾਉਂਦੇ ਹੁੰਦੇ ਸੀ ਕਿ ਸਾਡੀ ਭੇਡ ਚਾਲ ਬਣੀ ਹੈ। ਸੋਚ ਸਮਝ ਅਸੀਂ ਕੁਝ ਕਰਦੇ ਨਹੀਂ ਕਿ ਕਿਆ ਅਸੀਂ ਜਿਸ ਰਸਤੇ ਤੁਰ ਰਹੇ ਹਾਂ ਕਿ ਰਸਤਾ ਸਾਨੂੰ ਕੋਈ ਆਪਣੀ ਸਾਡੀ ਮੰਜ਼ਿਲ ਮਕਸੂਦ 'ਤੇ ਪਹੁੰਚਾਏਗਾ ਜਾਂ ਨਹੀਂ, ਸਾਨੂੰ ਇਸ ਰਸਤੇ ਸੁੱਖ ਮਿਲੇਗਾ ਜਾਂ ਨਹੀਂ। ਇਹ ਕਦੀ ਸੋਚਦੇ ਨਹੀਂ। ਇੱਕ ਦੂਸਰੇ ਦੇ ਕਹਿਣ ਕਹਾਣ 'ਤੇ
ਭੇਡਾਂ ਦੀ ਚਾਲ ਜਿਹੜੀ ਹਜ਼ੂਰ ਫਰਮਾਉਂਦੇ ਹੁੰਦੇ, ਇੱਕ ਭੇਡ ਪਹਾੜ ਤੋਂ ਡਿੱਗੀ, ਉਹ ਸਾਰੀਆਂ ਹੀ ਡਿੱਗ ਪਈਆਂ ਕਿ ਇੱਕ ਗਈਏ ਅਤੇ ਅਸੀਂ ਕਿਹਨੂੰ ਪਿੱਛੇ ਰਹੀਏ। ਇਹ ਹਾਲਤ ਸਾਡੀ ਹੋ ਜਾਂਦੀ ਹੈ। ਅਸੀਂ ਕਦੀ ਵੀ ਕਿਸੇ ਬਾਰੇ ਸੋਚਿਆ ਨਹੀਂ। ਜੋ ਸਵਾਮੀ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਫਰਮਾ ਰਹੇ ਹੈ, ਇਹ ਸੰਤਾਂ ਦੇ ਤਜਰਬੇ ਹੈ। ਉਹ ਆਪਣੇ ਤਜਰਬੇ ਦੱਸ ਰਹੇ ਹੈ ਕਿ ਭਾਈ ਜੋ ਵੀ ਅਸੀਂ ਬਚਨ ਤੁਹਾਨੂੰ ਦੱਸਦੇ ਹਾਂ, ਤੁਸੀਂ ਆਪਣੇ ਅੰਦਰ ਬਚਨ ਬਿਠਾਓ, ਫਿਰ ਇਹਨਾਂ ਦਾ ਫਾਇਦਾ ਲਓ। ਦੇਖੋ ਕੀ ਬਣਦਾ ਹੈਗਾ, ਦੇਖੋ ਕੀ ਤੁਹਾਨੂੰ ਘਾਟਾ ਪੈਂਦਾ ਹੈ ਕਿ ਫਾਇਦਾ ਜਾਂ ਵਾਧਾ ਹੁੰਦਾ ਹੈ, ਕਰਕੇ ਤੇ ਦੇਖੋ। ਹਾਂਜੀ। ਰਾਧਾ ਸੁਆਮੀ ਨਾਮ ਸਿਮਰਨਾ, ਜੋ ਵੇ ਕਹੇ ਚੇਤ में तारना।